ਸ੍ਰੀ ਵਾਹਿਗੁਰੂ ਸਾਹਿਬ ਜੀ। ਦੰਡਾਤ ਬੰਦਨ ਅਨੰਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਰ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾ ਕੀ ਕਬੀਰ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨ ਜਾਏ। ਟੁਕ ਦਮ ਕਰਾਰੀ ਜੋ ਕਰਹੁ, ਹਾਜ਼ਿਰ ਹਾਜੂਰ ਖੁਦਾਏ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨ ਜਾਏ। ਟੁਕ ਦਮ ਕਰਾਰੀ ਜੋ ਕਰਹੁ, ਹਾਜ਼ਿਰ ਹਾਜੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸੇ ਹਰ ਮੇਲਾ, ਦਸਤਗੀਰੀ ਨਾਹੇ। ਰਹਾਓ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂਦ। ਕਰ ਫੱਕਰ ਦਾਇਮ ਲਾਏ ਚਸਮੇ, ਜਹ ਤਹ ਮੌਜੂਦ। ਅੱਲਾਹ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰ ਜਾਣੈ ਸੋਏ। ਅੱਲਾਹ ਪਾਕੰ
ਪਾਕ ਹੈ। ਸਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ। ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਹਰ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ, ਹਲਤ ਪਲਤ ਦੇ ਰਾਖੇ, ਤਖਤ ਚਵਰ ਛਤਰ ਦੇ ਮਾਲਕ, ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਜੀ ਨੇ ਸਮੁੱਚੀ ਕਾਇਨਾਤ ਦੇ ਲਈ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਸਰਬ ਸਾਂਝਾ ਉਪਦੇਸ਼, ਦੁਨੀਆ ਦੇ ਝਗੜਿਆਂ ਨੂੰ ਨਿਬੇੜਨ ਵਾਸਤੇ ਸਤਿਗੁਰੂ ਜੀ ਨੇ ਪਵਿੱਤਰ ਫਰਮਾਨ ਜੋ ਬਖਸ਼ਿਆ, ਤਿਸ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਆਪ ਸੰਗਤ ਇੱਥੇ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ, ਉੱਥੇ ਚੈਨਲ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਅੰਦਰ ਬੈਠ ਕਰਕੇ ਘਰਾਂ ਵਿੱਚ ਸਰਵਣ ਕਰ ਰਹੇ ਹੋ, ਵਡਭਾਗੇ ਹੋ। ਅੱਜ ਦਾ ਜੋ ਪਵਿੱਤਰ ਮੁਖ ਵਾਕ ਸਤਿਗੁਰੂ ਜੀ ਨੇ ਪਾਵਨ ਅੰਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 727 ਅੰਗ ਤੋਂ ਬਖਸ਼ੇ ਹੈ। ਇਹ ਤਲੰਗ ਰਾਗ ਦੀ ਭਗਤ ਬਾਣੀ ਦੀ ਆਰੰਭਤਾ ਹੈ। ਆਰੰਭਤਾ ਦੇ ਵਿੱਚ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਪਹਿਲਾ ਸ਼ਬਦ ਹੈ। ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਆਪਾਂ ਇਹ ਪਵਿੱਤਰ ਫਰਮਾਨ ਵਿਚਾਰਨਾ ਹੈ, ਉੱਥੇ ਅੱਜ ਜਗਤ ਗੁਰੂ ਅੱਠਮ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਪਵਿੱਤਰ ਬਾਣੀ ਦਾ ਬਚਨ ਜੋ ਸਿੱਖ ਦੀ ਨਿਤ ਦੀ ਅਰਦਾਸ ਦੀ ਪਹਿਲੀ ਪੌੜੀ ਵਿੱਚ ਹੈ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਅਸ਼ਟਮ ਬਲਵੀਰਾ ਬਾਲਾ ਪ੍ਰੀਤਮ। ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ, ਜੋਤੀ ਜੋਤ ਦਿਹਾੜਾ ਅਤੇ ਤੇਗ ਬਹਾਦਰ ਸਿਮਰਿਆ ਘਰ ਨਾਉਨੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਲੋਕ ਪ੍ਰਲੋਕ ਸਹਾਈ ਹੋਣ ਵਾਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ, ਹਿੰਦ ਧਰਮ ਦੇ ਰੱਖਿਅਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਲਕ ਜੰਜੂ ਦੇ ਰਾਖੇ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਹੈ। ਸਤਿਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅਸ਼ਟਮ ਪਾਤਸ਼ਾਹ ਕੀਰਤਪੁਰ ਦੀ ਧਰਤੀ 'ਤੇ ਸੰਗਤਾਂ ਨੂੰ ਤਾਰ ਰਹੇ ਨੇ। ਸਤਿਗੁਰੂ ਜੀ ਦੇ ਭਰਾਤਾ ਬਾਬਾ ਰਾਮ ਰਾਏ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਕੁਝ ਈਰਖਾ ਕਰਦੇ ਆ, ਗੁਰਤਾ ਗੱਦੀ ਚਾਹੁੰਦੇ ਸਨ। ਈਰਖਾ ਵਸ ਹੋ ਕਰਕੇ ਉਹਨਾਂ ਦਿੱਲੀ ਦਰਬਾਰ ਵਿੱਚ ਔਰੰਗਜ਼ੇਬ ਦੀ ਕਚਹਿਰੀ ਵਿੱਚ ਸਤਿਗੁਰੂ ਜੀ ਦੇ ਉਲਟ ਕੇਸ ਪਾਇਆ। ਕੇਸ ਵਿੱਚ ਕਿਹਾ ਕਿ ਇਹ ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ ਹੈ ਕਿਉਂਕਿ ਮੈਂ ਵੱਡਾ ਹਾਂ। ਫਿਰ ਮੇਰੇ ਕੋਲ ਕਰਾਮਾਤਾਂ ਨੇ ਔਰੰਗਜ਼ੇਬ ਨੂੰ ਰਾਮ ਰਾਏ ਜੀ ਨੇ ਕਰਾਮਾਤਾਂ ਵੀ ਵਿਖਾਈਆਂ ਸਨ, ਜਿਸ ਕਰਕੇ ਕੁਝ ਔਰੰਗਜ਼ੇਬ ਪ੍ਰਭਾਵਿਤ ਵੀ ਸੀ। ਸਿੱਖ ਇਤਿਹਾਸ ਦੇ ਵਿੱਚ ਤਵਾਰੀ ਗੁਰੂ ਖਾਲਸਾ ਵਿੱਚ ਉਹ 72 ਕਰਾਮਾਤਾਂ ਦਾ ਕੱਲੀ ਕੱਲੀ ਕਰਾਮਾਤ ਕਿਹੜੀ ਕਿਹੜੀ ਵਿਖਾਈ ਦਾ ਜ਼ਿਕਰ ਆਉਂਦਾ ਹੈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਿਲਾਫ ਅਰਜ਼ੀ ਕੀਤੀ ਕਿ ਤੁਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਆਪਣੀ ਕਚਹਿਰੀ ਵਿੱਚ ਬਾਦਸ਼ਾਹ ਬੁਲਾ ਕਰਕੇ ਫੈਸਲਾ ਕਰੋ, ਗੁਰਤਾ ਗੱਦੀ ਮੈਨੂੰ ਦਿਵਾਓ। ਔਰੰਗਜ਼ੇਬ ਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੁਲਾਉਣ ਦੇ ਲਈ ਆਪਣਾ ਜਿਹੜਾ ਖਾਸ ਅਹਿਲਕਾਰ, ਖਾਸ ਮੰਤਰੀ ਵੀ ਕਹਿ ਸਕਦੇ ਹਾਂ, ਰਾਜਾ ਰਾਮ ਸਿੰਘ, ਇਹ ਰਾਜਾ ਰਾਮ ਸਿੰਘ ਜਿਹਨੂੰ ਔਰੰਗਜ਼ੇਬ ਪਿਆਰ ਨਾਲ ਰਾਜਾ ਜੀ ਜਾਂ ਬਾਬਾ ਜੀ ਕਹਿ ਕੇ ਕਚਹਿਰੀ 'ਚ ਬੁਲਾਇਆ ਕਰਦਾ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਹੈ ਕਿ ਰਾਜਾ ਰਾਮ ਸਿੰਘ ਨਾਲ ਵਿਚਾਰ ਕੀਤੀ ਕਿ ਤੁਸੀਂ ਸਤਿਗੁਰੂ ਜੀ ਨੂੰ ਬੁਲਾਓ, ਦਿੱਲੀ ਦੇ ਵਿੱਚ ਬੁਲਾਓ ਅਤੇ ਕਹੋ ਕਿ ਔਰੰਗਜ਼ੇਬ ਬਾਦਸ਼ਾਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ। ਰਾਜਾ ਰਾਮ ਸਿੰਘ ਨੇ ਆਪਣਾ ਖਾਸ ਭਰੋਸੇਯੋਗ ਆਦਮੀ ਅਹਿਲਕਾਰ ਪਰਸਰਾਮ ਭੇਜਿਆ। ਉਹ ਬਾਦਸ਼ਾਹ ਦੀ ਅਤੇ ਰਾਜਾ ਰਾਮ ਸਿੰਘ ਦੀ ਦੋਹਾਂ ਦੀ ਚਿੱਠੀ ਲੈ ਕੇ ਆਇਆ ਹੈ। ਰਾਜਾ ਰਾਮ ਸਿੰਘ ਨੇ ਪਰਸਰਾਮ ਨੂੰ ਕਿਹਾ ਵੀ ਤੂੰ ਪਹਿਲੋਂ ਚਿੱਠੀ ਮੇਰੇ ਵਾਲੀ ਦੇਣੀ ਹੈ ਅਤੇ ਮੇਰੇ ਵੱਲੋਂ ਬੇਨਤੀ ਕਰਨੀ ਆ ਪ੍ਰੇਮ ਨਾਲ। ਜਦੋਂ ਕੀਰਤਪੁਰ ਆਇਆ ਉਹਨੇ ਸਤਿਗੁਰਾਂ ਦੇ ਦਰਬਾਰ ਦੀ ਸ਼ੋਭਾ ਵੇਖੀ, ਹੈਰਾਨ ਹੋ ਗਿਆ। ਬਾਦਸ਼ਾਹ ਦੇ ਦਰਬਾਰ ਦੀ ਸ਼ੋਭਾ ਉਸਨੂੰ ਫਿੱਕੀ ਜਾਪਿਆ ਕਿ ਦਿੱਲੀ ਦਾ ਦਰਬਾਰ ਸਤਿਗੁਰੂ ਦੇ ਦਰਬਾਰ ਦੇ ਸਮਕਸ਼ ਕੁਝ ਵੀ ਨਹੀਂ ਹੈ। ਇੱਥੇ ਲੋਕ ਪਰਲੋਕ ਦੀਆਂ ਦਾਤਾਂ ਮਿਲਦੀਆਂ, ਉੱਥੇ ਦੁਨੀਆ ਦੇ ਝਗੜੇ ਕੁਝ ਨਿਬੜਦੇ ਆ, ਕੁਝ ਵੱਧਦੇ ਆ। ਇੱਥੇ ਜੰਮਣ ਮਰਨ ਕੱਟਿਆ ਜਾਂਦਾ, ਸਿੱਖਾਂ ਨੂੰ ਇੱਛਾ ਪੂਰਕ ਵਰਦਾਨ ਪ੍ਰਾਪਤ ਹੁੰਦੇ ਆ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਾਨੋ ਆਪ ਗੁਰੂ ਨਾਨਕ ਗੁਰਤਾ ਗੱਦੀ 'ਤੇ ਬੈਠੇ ਆ। 8ਵੇਂ ਨਾਨਕ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਦੇ ਦੀਦਾਰ ਕਰਕੇ ਨਿਹਾਲ ਹੋਇਆ। ਪਰਸਰਾਮ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਬਾਦਸ਼ਾਹ ਨੇ ਬੇਨਤੀ ਘੱਲੀ ਹੈ, ਰਾਜਾ ਰਾਮ ਸਿੰਘ ਵੱਲੋਂ ਅਰਜ਼ੋਈ ਹੈ, ਮਹਾਰਾਜ ਦਿੱਲੀ ਦੀਆਂ ਸੰਗਤਾਂ ਤੁਹਾਡੇ ਦਰਸ਼ਨ ਚਾਹੁੰਦੀਆਂ। ਬੜੀ ਨੀਤੀ ਨਾਲ ਬੇਨਤੀ ਕੀਤੀ, ਤੁਸੀਂ ਮਹਾਰਾਜ ਦਿੱਲੀ ਚੱਲੋ, ਸੰਗਤਾਂ ਨੂੰ ਦਿੱਲੀ ਦੀਆਂ ਨੂੰ ਨਿਹਾਲ ਕਰੋ, ਉੱਥੇ ਬਾਦਸ਼ਾਹ ਵੀ ਆਪ ਜੀ ਦੇ ਦਰਸ਼ਨ ਪਾ ਲਵੇਗਾ। ਮੈਂ ਸੰਖੇਪ 'ਚ ਬੇਨਤੀ ਕਰਾਂ ਕਿਉਂਕਿ ਸਮਾਂ ਸੀਮਤ ਹੈ। ਸਤਿਗੁਰੂ ਮਹਾਰਾਜ ਜੀ ਨੇ ਉਸ ਦਿਨ ਗੁਰਸਿੱਖਾਂ ਨਾਲ ਵਿਚਾਰਾਂ ਕੀਤੀਆਂ। ਭਾਈ ਦਰਗਾਹ ਮੱਲ ਜੀ, ਭਾਈ ਗੁਰਦਿੱਤਾ ਜੀ, ਇਸ ਤਰ੍ਹਾਂ ਕੁਝ ਹੋਰ ਜਿਹੜੇ ਮੁਖੀਏ ਸਿੱਖ ਸਨ, ਇਹਨਾਂ ਸਾਰਿਆਂ ਨਾਲ ਵਿਚਾਰਾਂ ਕੀਤੀਆਂ। ਸਾਰਿਆਂ ਨੇ ਬੇਨਤੀ ਕੀਤੀ, ਮਹਾਰਾਜ ਦਿੱਲੀ ਜਾਣਾ ਕੋਈ ਗੁਨਾਹ ਨਹੀਂ ਹੈ, ਆਪਾਂ ਦਿੱਲੀ ਚੱਲਦੇ ਹਾਂ। ਹਾਂ, ਔਰੰਗਜ਼ੇਬ ਨੂੰ ਦਰਸ਼ਨ ਦੇਣਾ ਜਾਂ ਨਾ ਦੇਣਾ ਉਹ ਆਪ ਜੀ ਦੀ ਮਰਜ਼ੀ 'ਤੇ ਨਿਰਭਰ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਸਾਡੇ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਸਾਨੂੰ ਹੁਕਮ ਹੈ, ਨਹ ਮਲੇਸ਼ ਕੋ ਦਰਸ਼ਨ ਦੇ ਹੈ, ਨਹ ਮਲੇਸ਼ ਕੋ ਦਰਸ਼ਨ ਲੈ ਹੈ। ਨਾ ਮਲੇਸ਼ ਔਰੰਗੇ ਨੂੰ ਦਰਸ਼ਨ ਦੇਣਾ ਹੈ ਅਤੇ ਨਾ ਉਹਦਾ ਦਰਸ਼ਨ ਕਰਨਾ ਹੈ, ਭਾਵ ਉਹਨੂੰ ਮਿਲਣਾ ਨਹੀਂ ਹੈ। ਸਤਿਗੁਰੂ ਜੀ ਕਹਿਣ ਲੱਗੇ ਅਸੀਂ ਬੇਨਤੀ ਪ੍ਰਵਾਨ ਕਰਕੇ ਦਿੱਲੀ ਚੱਲਾਂਗੇ। ਪਰਸਰਾਮ ਨੂੰ ਮਹਾਰਾਜ ਕਹਿਣ ਲੱਗੇ ਪਰ ਅਸੀਂ ਔਰੰਗਜ਼ੇਬ ਨੂੰ ਅਸੀਂ ਦਰਸ਼ਨ ਨਹੀਂ ਦੇਣਾ। ਬੜਾ ਸਿਆਣਾ ਸੀ ਪਰਸਰਾਮ, ਕਹਿਣ ਲੱਗਿਆ ਸਤਿਗੁਰੂ ਆਪ ਜੀ ਦਿੱਲੀ ਚੱਲੋ, ਅੱਗੇ ਆਪ ਜੀ ਦੀ ਮਰਜ਼ੀ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਜਾਓ, ਸਾਡਾ ਸੁਨੇਹਾ ਦੇ ਦਿਓ ਵੀ ਸਤਿਗੁਰੂ ਜੀ ਆ ਰਹੇ ਨੇ। ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਚੱਲੇ ਹੈ। ਸੰਗਤਾਂ ਨੂੰ ਦੂਰ ਦੂਰ ਖਬਰ ਹੋਈ ਕਿ ਸਤਿਗੁਰੂ ਦਿੱਲੀ ਵੱਲ ਜਾ ਰਹੇ ਹੈ। ਸੰਗਤਾਂ ਦਿੱਲੀ ਦਰਬਾਰ ਦੀਆਂ ਸਾਜ਼ਿਸ਼ਾਂ ਤੋਂ ਭਲੀ ਭਾਂਤ ਜਾਣੂ ਸਨ। ਕੁਝ ਸੰਗਤਾਂ ਦੇ ਮਨਾਂ 'ਚ ਫਿਕਰ ਵੀ ਹੋਇਆ ਕਿ ਪਹਿਲੋਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਹੋ ਚੁੱਕੀ ਹੈ, 6ਵੇਂ ਪਾਤਸ਼ਾਹ ਨਾਲ ਜੰਗ ਹੋ ਚੁੱਕੇ ਨੇ, ਕਿਤੇ ਕੋਈ ਅਨਿਸ਼ਟ ਨਾ ਹੋ ਜਾਵੇ।
ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ, ਸਤਿਗੁਰੂ ਜੀ ਨਾਲ ਵਿਚਾਰ ਕਰਦੀਆਂ। ਸਤਿਗੁਰੂ ਜੀ ਸਾਰਿਆਂ ਦੀਆਂ ਇੱਛਾਵਾਂ ਪੂਰਤੀ ਕਰਕੇ ਦਿਲਾਸਾ ਦਿੰਦੇ ਆ ਸਭਨਾਂ ਨੂੰ। ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜੀ ਨੇ ਪਹਿਲਾ ਪੜਾਅ ਰੋਪੜ ਕੀਤਾ ਹੈ। ਬੇਅੰਤ ਕਾਬਲ ਦੀਆਂ ਸੰਗਤਾਂ, ਕੰਧਾਰ ਦੀਆਂ ਸੰਗਤਾਂ, ਕਸ਼ਮੀਰ ਦੀਆਂ ਸੰਗਤਾਂ ਇੱਥੇ ਰੋਪੜ ਦੀ ਧਰਤੀ ਤੇ ਆ ਕੇ ਸਤਿਗੁਰੂ ਜੀ ਨੂੰ ਮਿਲੀਆਂ ਨੇ, ਦਰਸ਼ਨ ਦਿੱਤੇ ਆ ਸਤਿਗੁਰਾਂ ਨੇ। ਇੱਥੋਂ ਚੱਲ ਕੇ ਸਤਿਗੁਰੂ ਜੀ ਪੜਾਅ ਦਰ ਪੜਾਅ ਪੰਜੋਖਰੇ ਪੁੱਜੇ ਨੇ, ਜਿੱਥੇ ਇੱਕ ਹੰਕਾਰੀ ਬ੍ਰਾਹਮਣ ਨੇ ਸੁਣਿਆ ਸਤਿਗੁਰੂ ਜੀ ਦੇ ਬਾਬਤ ਤੇ ਸਤਿਗੁਰੂ ਜੀ ਦੇ ਨਾਮ ਤੇ ਸ਼ੰਕਾ ਕੀਤਾ। ਸਿੱਖ ਨੂੰ ਪੁੱਛਿਆ ਕਿ ਕੌਣ ਨੇ? ਸਿੱਖ ਨੇ ਦੱਸਿਆ ਕਿ ਗੁਰੂ ਨਾਨਕ ਦਾ 8ਵਾਂ ਸਰੂਪ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ। ਉਹਨੇ ਤੰਜ ਕੱਸਦਿਆਂ ਹੋਇਆ ਸਤਿਗੁਰੂ ਜੀ ਦੇ ਨਾਮ ਤੇ ਸ਼ੰਕਾ ਕੀਤੀ, ਕਹਿਣ ਲੱਗਿਆ ਦੁਆਪਰ ਦੇ ਭਗਵਾਨ ਕ੍ਰਿਸ਼ਨ ਹੋਏ ਨੇ, ਉਹਨਾਂ ਗੀਤਾ ਉਚਾਰੀ ਹੈ। ਇਹਨਾਂ ਨੇ ਨਾਮ ਕ੍ਰਿਸ਼ਨ ਜੀ ਨਾਲੋਂ ਵੀ ਵੱਡਾ ਹਰਿ ਕ੍ਰਿਸ਼ਨ ਰਖਾ ਲਿਆ ਤੇ ਗੀਤਾ ਦੇ ਭਾਵੇਂ ਅਰਥ ਵੀ ਨਾ ਆਉਂਦੇ ਹੋਣ। ਸਿੱਖ ਨੂੰ ਬੜਾ ਗੁੱਸਾ ਆਇਆ ਕਿ ਮੇਰੇ ਸਤਿਗੁਰੂ ਦੇ ਨਾਮ ਤੇ ਸ਼ੰਕਾ ਕਰਦਾ ਹੈ। ਸਿੱਖ ਕਹਿਣ ਲੱਗਿਆ, ਪੰਡਤ ਜੀ ਭਾਵੇਂ ਤੁਸੀਂ ਵਿਦਵਾਨ ਹੋ, ਸਤਿਕਾਰਯੋਗ ਹੋ, ਪਰ ਤੁਸੀਂ ਮੇਰੇ ਗੁਰੂ ਦੇ ਨਾਮ ਤੇ ਸ਼ੰਕਾ ਕਰ ਰਹੇ ਹੋ। ਇਹ ਸ਼ੰਕਾ ਇੱਥੇ ਤੁਹਾਡੀ ਨਿਵਰਤ ਨਹੀਂ ਹੋਣੀ। ਤੁਸੀਂ ਸਤਿਗੁਰੂ ਦੀ ਹਜ਼ੂਰੀ ਚੱਲੋ, ਉੱਥੇ ਸਤਿਗੁਰੂ ਦੇ ਦਰਸ਼ਨ ਕਰਕੇ ਹੀ ਤੁਹਾਡੇ ਸ਼ੰਕਾ ਨਿਵਰਤ ਹੋ ਜਾਓ। ਮਹਾਰਾਜ ਦੀ ਹਜ਼ੂਰੀ 'ਚੋਂ ਸਿੱਖ ਲੈ ਕੇ ਆਇਆ। ਮਹਾਰਾਜ ਅੰਤਰਜਾਮੀ ਘਟ ਘਟ ਕੇ ਅੰਤਰ ਕੀ ਜਾਣਤ। ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਪੰਡਤ ਜੀ ਤੁਸੀਂ ਗੀਤਾ ਦੇ ਅਰਥ ਦੀ ਗੱਲ ਕਰਦੇ ਹੋ। ਜੇ ਅਸੀਂ ਗੀਤਾ ਦੇ ਅਰਥ ਵੀ ਕਰ ਦਿੱਤੇ ਆ ਪੰਡਤ ਜੀ, ਤੁਹਾਡੇ ਮਨ ਦੀ ਸ਼ੰਕਾ ਨਹੀਂ ਨਿਵਰਤ ਹੋਣੀ। ਤੁਸੀਂ ਸੋਚੋਗੇ ਵੀ ਭਾਵੇਂ ਬਾਲ ਰੂਪ ਨੇ ਪਰ ਗੁਰੂ ਪੁੱਤਰ ਨੇ, ਵੀ ਘਰ ਵਿੱਚ ਕਿਸੇ ਵਿਦਵਾਨ ਨੂੰ ਰੱਖ ਕੇ ਗੀਤਾ ਦੇ ਅਰਥ ਪੜ੍ਹ ਲਏ ਹੋਣਗੇ। ਇਸ ਲਈ ਤੁਹਾਨੂੰ ਅਸੀਂ ਮੌਕਾ ਦਿੰਦੇ ਹਾਂ, ਤੁਸੀਂ ਜਾਓ, ਜਿਸ ਨੂੰ ਮਰਜ਼ੀ ਲੈ ਆਓ। ਗੁਰੂ ਨਾਨਕ ਦੀ ਕਲਾ ਵਰਤੇਗੀ, ਜਿਸ ਨੂੰ ਵੀ ਤੁਸੀਂ ਲਿਆਓਗੇ ਅਸੀਂ ਉਸ ਤੋਂ ਗੀਤਾ ਦੇ ਅਰਥ ਕਰਾ ਦਿਆਂਗੇ। ਸਿੱਖ ਇਤਿਹਾਸ ਗਵਾਹ ਹੈ ਕਿ ਬ੍ਰਾਹਮਣ ਬੜਾ ਖੁਸ਼ ਹੋਇਆ ਵੀ ਹੁਣ ਤਾਂ ਮੇਰੀ ਜਿੱਤ ਹੋ ਜਾਣੀ ਹੈ। ਨਗਰ ਵਿੱਚ ਗਿਆ। ਸੱਜੂ ਝੀਵਰ ਨਾਮੇ ਮਨੁੱਖ ਸੀ, ਜਿਹੜਾ ਲੋਕਾਂ ਦੇ ਘਰਾਂ 'ਚ ਪਾਣੀ ਭਰ ਕੇ ਉਧਰ ਪੂਰਤੀ ਕਰਦਾ ਸੀ, ਕਿਰਤ ਚਲਾਉਂਦਾ ਸੀ। ਇਸ ਬ੍ਰਾਹਮਣ ਨੂੰ ਪਤਾ ਸੀ ਵੀ ਉਹ ਜਨਮ ਤੋਂ ਹੀ ਗੂੰਗਾ ਤੇ ਜਨਮ ਤੋਂ ਹੀ ਬੋਲਾ ਹੈ, ਨਾ ਬੋਲ ਸਕਦਾ ਨਾ ਸੁਣ ਸਕਦਾ, ਕੋਰਾ ਅਨਪੜ੍ਹ ਹੈ, ਮੂਰਖ ਹੈ। ਉਸ ਨੂੰ ਪਕੜ ਕੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਲਿਆਇਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਮਿਆਂ ਦ੍ਰਿਸ਼ਟ ਕਰ ਦਿੱਤੀ, ਨਿਹਾਲ ਕਰ ਦਿੱਤਾ। ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਜਨਮਾਂ ਜਨਮਾਂਤਰਾਂ ਦੀ ਸਤਿਗੁਰੂ ਜੀ ਨੇ ਕਾਲਖ ਧੋ ਕੇ ਅੰਦਰ ਬ੍ਰਹਮ ਦਾ ਗਿਆਨ ਪ੍ਰਗਟ ਕਰ ਦਿੱਤਾ। ਨਾਲ ਲਵਾਲਾ ਭਰ ਗਏ। ਹਜੇ ਬ੍ਰਾਹਮਣ ਸੋਚ ਹੀ ਰਿਹਾ, ਸਤਿਗੁਰੂ ਜੀ ਨੇ ਜਦੋਂ ਆਪਣੀ ਦ੍ਰਿਸ਼ਟੀ ਕੀਤੀ, ਆਪਣੀ ਛੜੀ ਆਪਣੀ ਖੂੰਡੀ ਉਹਦੇ ਸਿਰ ਤੇ ਰੱਖੀ, ਉਸੇ ਵੇਲੇ ਉਹ ਸੱਜੂ ਜਿਹਨੂੰ ਝੀਵਰ ਕਹਿੰਦੇ ਸੀ, ਸੱਜੂ ਜੀ ਉਸੇ ਵੇਲੇ ਬੋਲਣ ਲੱਗਿਆ, ਬ੍ਰਾਹਮਣ ਕਸਮਨ ਸ਼ਾਸਤਰ ਪ੍ਰਵਰਤਤੇ। ਸੰਸਕ੍ਰਿਤ ਦੇ ਵਿੱਚ ਬੋਲੇ ਤੇ ਪੰਡਤ ਸੁਣ ਕੇ ਸੁੰਨ ਹੋ ਗਿਆ ਵੀ ਇਹਨੂੰ ਤਾਂ ਮੈਂ ਬਚਪਨ ਤੋਂ ਜਾਣਦਾ, ਗੂੰਗਾ ਸੀ, ਬੋਲਾ ਸੀ ਤੇ ਪੜ੍ਹਿਆ ਤਾਂ ਬਿਲਕੁਲ ਹੀ ਨਹੀਂ। ਅੱਖਰ ਨਾ ਇਹਨੇ ਪੜ੍ਹਿਆ, ਨਾ ਸੁਣਿਆ, ਨਾ ਵੇਖਿਆ। ਇਹ ਸੰਸਕ੍ਰਿਤ 'ਚ ਕਿਵੇਂ ਬੋਲ ਰਿਹਾ? ਕਹਿਣ ਲੱਗਿਆ, ਕਸਮਨ ਸ਼ਾਸਤਰ ਪ੍ਰਵਰਤਤੇ। 10 ਪੰਡਤ ਕਿਹੜੇ ਸ਼ਾਸਤਰ ਦੇ ਵਿੱਚ ਪ੍ਰਵਰਤ ਹੋ ਕੇ ਚਰਚਾ ਕਰਨੀ ਆ? ਪੰਡਤ ਨੂੰ ਤਾਂ ਗੀਤਾ ਹੀ ਭੁੱਲ ਗਈ। ਸਤਿਗੁਰੂ ਕਹਿਣ ਵੀ 10 ਕਿਹੜੇ ਸ਼ਲੋਕ ਦੇ ਅਰਥ ਕਰਾਉਣੇ ਆ, ਉਹਨੂੰ ਗੀਤਾ ਚੇਤਾ ਹੀ ਨਾ ਆਵੇ।
ਇੰਨਾ ਹੋ ਗਿਆ। ਫਿਰ ਸਤਿਗੁਰੂ ਜੀ ਕਹਿਣ ਲੱਗਿਆ, ਲਾਲ ਬ੍ਰਾਹਮਣ, ਜੇ ਤੇਰੇ ਗੀਤਾ ਹੁਣ ਭੁੱਲ ਗਈ ਆ ਤਾਂ ਸੱਜੂ ਦੇ ਚੇਤੇ ਆ, ਗੁਰੂ ਨਾਨਕ ਦੀ ਕਿਰਪਾ ਹੈ। ਸੱਜੂ ਨੂੰ ਇਸ਼ਾਰਾ ਕੀਤਾ। ਸੱਜੂ ਉਸੇ ਵੇਲੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੀਤਾ ਦੇ ਕਈ ਐਸੇ ਗੁੱਝੇ ਰਹੱਸ ਅਰਥਾਂ ਸਮੇਤ ਸੁਣਾਉਣ ਲੱਗਿਆ। ਸੁਣ ਕੇ ਪੰਡਤ ਨਿਹਾਲ ਹੋ ਗਿਆ। ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਸਿੱਖ ਕਰ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਮੇਰੇ ਨਹੀਂ, ਆ ਸੱਜੂ ਝੀਵਰ ਦੇ ਚਰਨੀ ਪਿਆ। ਤੂੰ ਹੰਕਾਰ ਕਰਦਾ ਸੀ, ਜਿਹਨੂੰ ਨੀਵਾਂ ਸਮਝਦਾ। ਮਹਾਰਾਜ ਕਹਿੰਦੇ, ਭਾਈ ਜਿੱਥੇ ਨੀਚ ਸੰਭਾਲੀ ਹਨ ਤਿੱਥੇ ਨਦਰ ਤੇਰੀ ਬਖਸ਼ੀਸ। ਤੂੰ ਸੱਜੂ ਝੀਵਰ ਦੇ ਚਰਨੀ ਪੈ। ਇਹ ਸ੍ਰੇਸ਼ਟ ਹੋ ਚੁੱਕਿਆ, ਬ੍ਰਹਮ ਗਿਆਨੀ ਹੋ ਚੁੱਕਿਆ। ਉਹ ਸੱਜੂ ਝੀਵਰ ਦੇ ਚਰਨੀ ਪਾਇਆ। ਉਹ ਸੱਜੂ ਝੀਵਰ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿੰਦੂ ਤੀਰਥਾਂ ਵੱਲ ਸਿੱਖੀ ਦਾ ਪ੍ਰਚਾਰ ਕਰਨ ਲਈ ਪ੍ਰਚਾਰਕ ਥਾਪ ਕੇ ਭੇਜਿਆ। ਸਾਡਾ ਇਤਿਹਾਸ ਗਵਾਹ ਹੈ, ਇਹੋ ਹੀ ਸੱਜੂ ਝੀਵਰ ਦੀ ਕੁਲ ਦੇ ਵਿੱਚੋਂ ਆ ਕੱਲ੍ਹ ਵਿਸਾਖੀ ਦਾ ਖਾਲਸਾ ਸਾਜਨਾ ਦਿਹਾੜਾ ਲੰਘ ਕੇ ਗਿਆ। ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਦੇ ਵਿੱਚੋਂ ਤੀਸਰੇ ਪਿਆਰੇ ਉਹ ਸੱਜੂ ਝੀਵਰ ਦੀ ਕੁਲ ਦੇ ਵਿੱਚੋਂ ਸਨ। ਇਹਨਾਂ ਦੀ ਵੰਸ਼ ਦੇ ਵੰਸ਼ਜ ਸਨ। ਇਹਨਾਂ ਦੀ ਵੰਸ਼ ਦੇ ਅੱਗੇ ਜਿਹੜੇ ਵੰਸ਼ਜ ਹੋਏ ਨੇ, ਉਹਨਾਂ ਨੇ ਸਤਿਗੁਰੂ ਜੀ ਦੇ ਨਾਲ ਚਮਕੌਰ ਦੇ ਜੰਗ ਦੇ ਵਿੱਚ ਹਿੱਸਾ ਵੀ ਲਿਆ। ਔਰ ਉਹ ਵਿਚਾਰ ਸਤਿਗੁਰੂ ਮਹਾਰਾਜ ਇੱਥੇ ਸੰਗਤਾਂ ਨੂੰ ਉਤਾਰਦੇ ਹੋਏ ਅੱਗੇ ਗਏ ਨੇ। ਸੰਗਤਾਂ ਬੜੀਆਂ ਪਿੱਛੇ ਆਉਣ ਲੱਗੀਆਂ। ਅੱਗੇ ਰਸਤੇ ਵਿੱਚ ਇੱਕ ਛੋਟੀ ਪਹਾੜੀ ਸੀ। ਸਤਿਗੁਰੂ ਜੀ ਨੇ ਉਹ ਪਹਾੜੀ 'ਤੇ ਝੰਡਾ ਲਗਵਾ ਦਿੱਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਵੀ ਇਹ ਝੰਡੇ ਨੂੰ ਦੇਖ ਕੇ ਖਾਲਸੇ ਦਾ ਜੋ ਝੰਡਾ ਹੈ, ਇੱਥੇ ਸਾਡਾ ਸਰੂਪ ਜਾਣ ਕੇ ਇਹਨੂੰ ਮੱਥਾ ਟੇਕ ਕੇ ਵਾਪਸ ਮੁੜ ਜਾਣਾ ਹੈ। ਕਿਸੇ ਨੇ ਅੱਗੇ ਸਾਡੇ ਨਾਲ ਨਹੀਂ ਆਉਣਾ। ਸਤਿਗੁਰੂ ਜੀ ਦੇ ਨਾਲ ਮਾਤਾ ਜੀ ਸਨ, ਭਾਈ ਦਿਆਲਾ ਜੀ ਸੀ, ਭਾਈ ਗੁਰਦਿੱਤਾ ਜੀ ਸੀ, ਭਾਈ ਦਰਗਾਹ ਮੱਲ ਜੀ ਸਨ, ਕੁਝ ਹੋਰ ਗੁਰਸਿੱਖ ਮੁਖੀਏ ਸਿੱਖ ਨਾਲ ਸਨ। ਬਾਕੀ ਸਭ ਨੂੰ ਉੱਥੇ ਹੀ ਰੋਕ ਦਿੱਤਾ ਹੈ। ਦਿੱਲੀ ਗਏ ਹੈ, ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਸਤਿਗੁਰੂ ਜੀ ਦਾ ਉਤਾਰਾ ਹੋਇਆ ਹੈ। ਰਾਜਾ ਜੈ ਸਿੰਘ ਅੱਗੋਂ ਲੈਣ ਆਇਆ, ਸਤਿਗੁਰੂ ਮਹਾਰਾਜ ਦਾ ਉਤਾਰਾ ਹੋਇਆ। ਉੱਥੇ ਔਰੰਗਜ਼ੇਬ ਦੇ ਕਹਿਣ 'ਤੇ ਰਾਜਾ ਜੈ ਸਿੰਘ ਨੇ ਆਪਣੀ ਰਾਣੀ ਨੂੰ ਕਹਿ ਕੇ ਸਤਿਗੁਰੂ ਜੀ ਦੀ ਪਰਖ ਵੀ ਕਰਵਾਈ। ਆਪ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠ ਗਈ ਤੇ ਗੋਲੀ ਨੂੰ ਰਾਣੀ ਵਾਲੇ ਕੱਪੜੇ ਪਵਾ ਕੇ ਕੁਰਸੀ 'ਤੇ ਬਿਠਾ ਦਿੱਤਾ ਹੈ। ਤੇ ਸਤਿਗੁਰੂ ਮਹਾਰਾਜ ਨੂੰ ਜਦੋਂ ਮਹਿਲ ਵਿੱਚ ਲਿਆਏ ਤਾਂ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਕਰ ਦਿੱਤੇ। ਮਹਾਰਾਜ ਕਹਿਣ ਲੱਗੇ, ਰਾਜਾ ਰਾਮ ਸਿੰਘ, ਤੂੰ ਦੀਰਘਮਤੀ ਨਹੀਂ ਹੈ, ਸਿਆਣਾ ਨਹੀਂ ਹੈ। ਹੀਰੇ ਨੂੰ ਛੱਡ ਕੇ ਤੂੰ ਕੱਚ ਵਿਹਾਜਣ ਲੱਗਿਆ। ਇੱਕ ਬਾਦਸ਼ਾਹ ਪਿੱਛੇ ਲੱਗ ਕੇ ਤੂੰ ਸਾਡੀ ਪਰਖ ਕਰਨੀ ਚਾਹੁੰਦਾ ਹੈ। ਮਹਾਰਾਜ ਹੱਥ ਵਿੱਚ ਖੂੰਡੀ ਰੱਖਿਆ ਕਰਦੇ, ਛੜੀ ਰੱਖਿਆ ਕਰਦੇ। ਬਾਲਾ ਪ੍ਰੀਤਮ ਨੇ ਉਹ ਜਿਹੜੀ ਗੋਲੀ ਕੁਰਸੀ 'ਤੇ ਬੈਠੀ ਸੀ, ਰਾਣੀ ਦਾ ਭੇਸ ਬਣਾ ਕੇ ਉਹਦੇ ਸਿਰ 'ਤੇ ਖੂੰਡੀ ਰੱਖ ਕੇ ਮਹਾਰਾਜ ਕਹਿਣ ਲੱਗੇ, ਨਹੀਂ, ਇਹ ਰਾਣੀ ਨਹੀਂ। ਜਿਹੜਾ ਹੋਰ ਭੇਸ ਬਣਾ ਕੇ ਬੈਠੀਆਂ ਸੀ ਉਹਨਾਂ ਦੇ ਵੀ ਸਿਰ 'ਤੇ ਰੱਖ ਕੇ ਮਹਾਰਾਜ ਨੇ ਕਿਹਾ, ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਜਿਹੜੀ ਗੋਲੀ ਦੇ ਕੱਪੜੇ ਪਾ ਕੇ ਰਾਣੀ ਬੈਠੀ ਸੀ, ਮਹਾਰਾਜ ਨੇ ਉਹਦੇ ਸਿਰ 'ਤੇ ਖੂੰਡੀ ਰੱਖ ਕੇ ਕਿਹਾ, ਇਹ ਰਾਣੀ ਹੈ। ਇਹ ਕਹਿ ਕੇ ਮਹਾਰਾਜ ਉਸੇ ਕਦਮ ਪਿੱਛੇ ਵਾਪਸ ਮੁੜ ਚੱਲੇ। ਰਾਜਾ ਤੇ ਰਾਣੀ ਦੋਵੇਂ ਚਰਨੀ ਡਿੱਗੇ। ਮਹਾਰਾਜ ਕਹਿਣ ਲੱਗਿਆ, ਰਾਣੀ, ਕੀ ਲੋੜ ਸੀ ਤੈਨੂੰ ਬਾਦਸ਼ਾਹ ਦੇ ਪਿੱਛੇ ਲੱਗ ਕੇ ਸਾਡੀ ਪਰਖ ਕਰਨ ਦੀ? ਉਹਨਾਂ ਜਾਣਿਆ ਕਿ ਸੱਚਮੁੱਚ ਗੁਰੂ ਨਾਨਕ ਦਾ ਰੂਪ ਨਹੀਂ। ਬੜੇ ਕੌਤਕ ਹੋਏ। ਬਾਦਸ਼ਾਹ ਨੇ ਨੀਤੀ ਵਰਤੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਰਾਜੇ ਨੂੰ ਬੇਨਤੀ ਕਰਕੇ ਭੇਜਿਆ। ਸਤਿਗੁਰੂ ਜੀ ਨੇ ਰਾਜੇ ਨੂੰ ਕਹਿ ਦਿੱਤਾ ਵੀ ਬਾਦਸ਼ਾਹ ਨੂੰ ਕਹਿ ਦਿਓ, ਸਾਡੇ ਸਤਿਗੁਰਾਂ ਦਾ ਹੁਕਮ ਹੈ, ਅਸੀਂ ਪਿਤਾ ਸਤਿਗੁਰੂ ਜੀ ਦਾ ਹੁਕਮ ਸਿਰ ਮੱਥੇ ਨਿਭਾਉਣਾ ਹੈ। ਸੀਸ ਭਾਵੇਂ ਚਲਿਆ ਜਾਵੇ, ਬਚਨ ਨਹੀਂ ਜਾਣ ਦੇਣਾ। ਬਚਨ ਨਿਭਾਵਾਂਗੇ ਅਸੀਂ, ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ, ਨਾ ਉਹਦਾ ਦਰਸ਼ਨ ਕਰਨਾ ਹੈ। ਰਾਜਾ 605 ਵਿੱਚ ਪੈ ਗਿਆ। ਬਾਦਸ਼ਾਹ ਨੂੰ ਜਾ ਕੇ ਨੀਤੀ ਨਾਲ ਗੱਲ ਦੱਸੀ ਹੈ।
मैं संखेप विच बेनती करा, बादशाह ने अपना सहजादा भी भेजिया। सहजादा सतगुरु जी के दरबार विच आउंदा है, देखदा लंगर संगतां छक रही है, एक समान सारिਆਂ च लंगर वरत रहा है, एक समान संगतां सतगुरु जी के अगे हथ जोड़ी खलोतीਆਂ, एक समान संगतां बिना भेद भाव, बिना वितकरे तो, बिना जात पात तो, बिना उच नीच तो एक समान संगत विच बैठियां देख के हैरान हो गया कि मेरे पिता बादशाह दे हुंदियां होयां भी ऐसा दरबार उहदी शोभा नहीं जैसी शोभा गुरु नानक दे स्वरूप धन गुरु हरकृष्ण साहिब जी दी है। सतगुरु जी ने बादशाह के पुत्र नूं भी कहा कि असीं दर्शन नहीं देने, पर उन्हें बहुती बेनती की तो सतगुरु जी ने माझ की बार का एक श्लोक गुरु नानक देव जी का उचारिया होया, जिसनूं सिख इतिहास दे विच पहला जफरनामा भी कहा जाता है। सतगुरु जी ने वो श्लोक सिख इतिहास गवाह प्रिंसीपल सतवीर सिंह जी लिखते हैं, सतगुरु जी दे उस शब्द भेजे का ऐसा प्रभाव होया और अंगे ने उस दिन तो हथी किरत करनी शुरू कर दी। इतिहास कहता भी पच्छम दियां टोपियां बना के बेच के ओहदी रोटी खाण लग पिया। ये सतगुरु जी दे भेजे हुए शब्द का ही प्रभाव सी। अखीर एक दिन औरंगजेब ने देखा भी कोई जोर नहीं चलता, सतगुरु जी दृढ़ ने। एक पासे तो राम राय बादशाह के आले दुआले परिक्रमा करता फिरदा सी, मिन्नतां तरले करता फिरदा गुरता गद्दी लई। एक पासे बाला प्रीतम सतगुरु महाराज ऐसे दृढ़ कि बादशाह दी मिन्नतां करन ते भी उन्होंने दर्शन नहीं दे रहे। बादशाह जान गया भी ये गुरता गद्दी के असल मालिक इहो ही ने, मैं तो कोई संसारी झगड़े निबेड़ सकदा, ये दरगाह ही गुरता गद्दी का फैसला मैं नहीं कर सकता। ये तो गुरु नानक की गद्दी जिहदी है उहदे कोल ही है। एक दिन बादशाह कहंदे अचानक अमृत वेले बंगला साहब वाले स्थान ते राजा राम सिंह दी हवेली दे विच आया। अचानक आके मन में सोचा भी मैं सतगुरु का दर्शन कर लूँगा तो सतगुरु जी का बचन तोड़ दूंगा, पर सतगुरु जी को पहलों ही पता लग गया भी बादशाह आ रहा है। सतगुरु जी ने खिड़कियां बूहे सब बंद करवा दिते। बादशाह नाराज होकर मुड़िया। सतगुरु जी ने कहा भी नहीं दर्शन देवांगे, असी बचन निभाउणा है। सतगुरु जी ने जदों वेख्या भी हुण बादशाह अपनी जालम नीति ते उतर आया, उस वेले दिल्ली दे विच कुछ ऐसी बीमारी भयानक फैली हुई सी कि मनुख दे सूई वांगू सूल चुभदी, फिर सारे शरीर दे विच सूलां चुभदियां, दर्द होण लग जांदा, ताप चढ़ के बंदे दी मौत हो जांदी। 5 कुछ दिनां दे विच बंदा पूरा हो जांदा। हज़ारां दी तादाद विच लोग दिल्ली विच मरण लगे। सतगुरु महाराज दयालु सतगुरु जी ने उस वेले ऐलान कर दिता, जिहड़ा साडा चरना अमृत छकेगा वो इस बीमारी तो बच जावेगा। बेअंत संगता जिसनों भी पता लग्या सतगुरु जी के दर ते आउण लगे। सतगुरु आप जिथे भी देखते कोई बीमार है उसकी मदद लई अगे जाते, लंगर लाउंदे, लोड़वंदां नूं दवाई पहुँचाउंदे। इन्नी खेचला होण लग गई, दिन रात सतगुरु जी का चरना अमृत लोक लैण लग गए। चरना अमृत छकाउणा मुश्किल हो गया। फिर भाई दरगाह मल जी ने उत्थे चवच्चा तैयार किया, जिहड़ा अज भी बंगला साहिब है, जिहदे विच संगतां जल लैंदियां ने। सतगुरु जी का चरना अमृत लैके वो चवच्चे विच पाया ते सतगुरु जी का हुक्मनामा सुनाया, भाई जिहड़ा चवच्चे विच वो जल लै लवेगा, मुख विच पावेगा, सीस विच पावेगा, नेत्रां विच पावेगा, ਉਹਦਾ रोग दूर हो जाएगा, बच जाएगा। हज़ारां की तादाद विच दिल्ली के लोग उस बंगला साहब के चवच्चे विच जल लैण लई आए ते हज़ारां की तादाद विच लोकां दी बीमारी हटी। अखीर सतगुरु जी ने भाणा वरताउणा चाहिया, अपने शरीर ते सतगुरु जी ने चेचक नामे बीमारी लई। बादशाह चाहुंदा सी कि मैं सतगुरु जी का दर्शन करना जबरदस्ती, महाराज दर्शन देना नहीं सी चाहुंदे। सतगुरु जी ने फिर भाणा वरताउणा चाहिया।
ਮਾਤਾ ਜੀ ਨੂੰ ਕਿਹਾ ਮਹਾਰਾਜ ਨੇ ਵੀ ਮਾਤਾ ਜੀ ਅਸੀਂ ਹੁਣ ਪਰਮੇਸ਼ਰ ਦਾ ਹੁਕਮ ਆ ਗਿਆ, ਉਹਦੀ ਰਜ਼ਾ ਹੈ, ਆਪਣਾ ਸਰੀਰ ਅਸੀਂ ਛੱਡ ਦੇਣਾ ਹੈ। ਮਾਤਾ ਜੀ ਨੇ ਉਸ ਵੇਲੇ ਕਿਹਾ ਵੀ ਪੁੱਤਰ ਹਜੇ ਤਾਂ ਤੁਹਾਡੇ ਸਰੀਰ ਦੀ ਆਰਬਲਾ ਬੜੀ ਥੋੜ੍ਹੀ ਹੈ, ਤੁਸੀਂ ਹਜੇ ਹੋਰ ਸੰਗਤਾਂ ਵਿੱਚ ਵਿਚਰੋ, ਸੰਗਤਾਂ ਨੂੰ ਉਪਦੇਸ਼ ਦਿਓ, ਸੰਗਤਾਂ ਨੂੰ ਕਿੰਨਾ ਲਾਹਾ ਹੋ ਰਿਹਾ। ਤੁਹਾਡੇ ਪਿੱਛੋਂ ਜਿਹੜੇ ਇਹ ਸੋਢੀ ਨੇ ਇਹਨਾਂ ਨੇ ਆਪਸ ਵਿੱਚ ਝਗੜੇ ਕਰਨੇ ਆ, ਵਾਦ ਵਿਵਾਦ ਕਰਨਾ ਹੈ, ਬੜੇ ਝਗੜੇ ਖੜੇ ਹੋ ਜਾਣਗੇ, ਗੁਰਤਾ ਗੱਦੀ ਦੀ ਹਾਨੀ ਹੋਵੇਗੀ। ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਗੁਰਤਾ ਗੱਦੀ ਜੁਗੋ ਜੁਗ ਅਟਲ ਹੈ, ਇਹਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦਾ, ਇਹਦਾ ਜਿਹੜਾ ਵਾਰਸ ਹੈ ਉਹਦੇ ਕੋਲ ਹੀ ਚਲੀ ਜਾਣੀ ਹੈ। ਫਿਰ ਗੁਰਸਿੱਖਾਂ ਉਸ ਵੇਲੇ ਪੁੱਛਿਆ ਮਹਾਰਾਜ ਕਿਹਦੇ ਲੜਲਾ ਚੱਲੇ ਹੋ? ਸਤਿਗੁਰੂ ਜੀ ਨੇ ਉਸ ਵੇਲੇ ਹੁਕਮ ਕੀਤਾ ਵੀ 5 ਪੈਸੇ ਨਾਰੀਅਲ ਲੈ ਕੇ ਆਓ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ ਕਿ ਉਸ ਵੇਲੇ ਸੰਗਤਾਂ ਨੇ ਸੋਨੇ ਦਾ ਥਾਲ 5 ਪੈਸੇ ਇੱਕ ਨਾਰੀਅਲ ਲਿਆਂਦਾ ਹੈ। ਸਤਿਗੁਰੂ ਜੀ ਨੇ ਲੰਮੇ ਪਿਆਈ ਉਹ 5 ਪੈਸੇ ਤੇ ਨਾਰੀਅਲ ਹੱਥ ਵਿੱਚ ਚੁੱਕਿਆ ਤੇ 3 ਵਾਰ ਗੋਲਾਕਾਰ ਆਕਾਰ ਵਿੱਚ ਘੁਮਾਇਆ ਤੇ ਸੁਰਤ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸੀਸ ਝੁਕਾ ਦਿੱਤਾ ਹੈ। 3 ਵਾਰ ਉਹ ਗੋਲਾਕਾਰ ਜਿਹੜਾ ਘੁਮਾਇਆ ਸੀ ਉਹ ਪਰਿਕਰਮਾ ਕੀਤੀਆਂ ਸਨ। ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਨੇ ਪੁੱਛਿਆ ਮਹਾਰਾਜ ਕਿਸ ਤੂੰ ਗੱਦੀ ਦਿੱਤੀ ਹੈ? ਮਹਾਰਾਜ ਕਹਿਣ ਲੱਗੇ ਬਾਬਾ ਬਸੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਆਪ ਸੰਭਾਲੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੁਪਤ ਸੰਕੇਤ ਦੇ ਦਿੱਤਾ। ਸਿੱਖ ਇਤਿਹਾਸ ਗਵਾਹ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਕਿ ਸਤਿਗੁਰੂ ਜੀ 30 ਮਾਰਚ 1664 ਨੂੰ ਜੋਤੀ ਜੋਤ ਸਮਾਉਂਦੇ ਆ ਤੇ ਪੂਰਬ ਦੀ ਯਾਤਰਾ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਸਨ। ਇੱਧਰੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਹੋਣ ਕਰਕੇ ਪਹਿਲੀ ਵਾਰ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ ਬਾਅਦ ਵਿੱਚ ਮਿਲਾਪ ਹੋਣਾ ਸੀ ਗੁਰੂ ਤੇਗ ਬਹਾਦਰ ਜੀ ਦਾ। ਸਤਿਗੁਰੂ ਜੀ ਦੇ 9 ਦਿਨ ਜੋਤੀ ਜੋਤ ਸਮਾਉਣ ਤੋਂ ਪਹਿਲਾਂ 21 ਮਾਰਚ ਨੂੰ ਬੰਗਲਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਮਿਲਾਪ ਹੁੰਦਾ ਤੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਪਰਚਾਉਣੀ ਵੀ ਕਰਦੇ ਆ। ਉੱਥੋਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੂੰ ਹੁਕਮ ਕਰਦੇ ਆ ਵੀ ਤੁਸੀਂ ਬਕਾਲੇ ਚਲੇ ਜਾਓ। ਤੇ ਸਤਿਗੁਰੂ ਮਹਾਰਾਜ ਦੇ ਇਹ ਬਚਨਾਂ ਤੋਂ ਸਾਰੀਆਂ ਸੰਗਤਾਂ ਨੇ ਇਸ਼ਾਰਾ ਲਾ ਲਿਆ ਕਿ ਬਾਬਾ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਲੱਗਦੇ ਨੇ ਬਾਬੇ, ਕਿਉਂਕਿ ਰਾਮ ਰਾਏ ਤੇ ਸਤਿਗੁਰੂ ਮਹਾਰਾਜ ਭਰਾਤਾ ਨੇ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਨੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਨੇ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੇ ਸੁਪੁੱਤਰ ਹੈ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਤੀਜੇ ਲੱਗਦੇ ਨੇ ਸਤਿਗੁਰੂ ਦੇ। ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਜੀ ਬਾਬੇ ਲੱਗਦੇ ਆ। ਤੇ ਬਾਬੇ ਦੀ ਥਾਂ ਤੇ ਲੱਗਣ ਵਾਲੇ ਸੋਢੀਆਂ ਵਿੱਚੋਂ ਕੇਵਲ ਗੁਰੂ ਤੇਗ ਬਹਾਦਰ ਜੀ ਬਕਾਲੇ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕਰ ਦਿੱਤਾ। ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5 ਭੌਤਿਕ ਸਰੀਰ ਰਾਤ ਨੂੰ 12 ਵਜੇ ਤੋਂ ਬਾਅਦ 1 ਘੜੀ ਬਾਅਦ ਵਿੱਚ ਮਾਤਾ ਜੀ ਦੀ ਗੋਦ ਵਿੱਚ ਸੀਸ ਰੱਖਿਆ ਹੋਇਆ। ਸਤਿਗੁਰੂ ਜੀ ਨੇ ਸਰੀਰ ਤਿਆਗਿਆ। ਉਧਰ ਜਿਹੜੀ ਗੁਰਤਾ ਗੱਦੀ ਦੀ ਜੋਤ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਿੱਚ ਸੁਭਾਏਮਾਨ ਹੋ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 5 ਪੈਸੇ ਤੇ ਨਾਰੀਅਲ ਭਾਈ ਦਰਗਾਹ ਮੱਲ ਜੀ ਦੇ ਹੱਥ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਤੁਸੀਂ ਆਪ ਗੁਰਿਆਈ ਦਾ ਤਿਲਕ ਦੇਣ ਜਾਣਾ ਹੈ। ਸੰਗਤਾਂ ਸਮੇਤ ਇਹ ਨਾਰੀਅਲ 5 ਪੈਸੇ ਸਤਿਗੁਰੂ ਦੇ ਅੱਗੇ ਸਮਰਪਿਤ ਕਰਨੇ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਪਤ ਰੂਪ ਦੇ ਵਿੱਚ ਬਾਬੇ ਬਕਾਲੇ ਵਸੇ ਹੋਏ ਨੇ। ਇੱਧਰ ਬਾਬੇ ਬਕਾਲੇ ਦੀ ਧਰਤੀ ਤੇ ਗੁਰਸੰਗਤ ਜੀ ਹੋਰ ਸੋਢੀਆਂ ਨੇ ਜਦੋਂ ਸੁਣਿਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਬਚਨ ਹੋ ਗਿਆ ਬਾਬਾ ਬਸੇ ਗ੍ਰਾਮ ਬਕਾਲੇ
ਬਣ ਗੁਰ ਆਪ ਸੰਗਤ ਸੰਭਾਲੇ ਦੇ ਬਚਨ ਸੁਣ ਕੇ ਜਿਹੜੇ ਹੋਰ ਸੋਢੀ ਸੀ ਧੀਰਮਲ ਵਰਗੇ ਜਾਂ ਹੋਰ ਰਾਮ ਰਾਏ ਵਰਗੇ, ਉਹ ਵੀ ਇੱਥੇ ਆ ਕੇ ਡੇਰੇ ਲਾਉਣ ਲਏ। ਮੰਜੀਆਂ ਲਾ ਲਈਆਂ ਨੇ। ਧੀਰਮਲ ਆਪਣੇ ਮਸੰਦ ਅੱਗੇ ਸੰਗਤਾਂ ਵੱਲ ਭੇਜਦਾ ਵੀ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸਾਡੇ ਕੋਲ ਹੈ, ਅਸੀਂ ਗੁਰੂ ਹਾਂ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਸੰਗਤਾਂ ਦੇ ਵਿੱਚ ਦੁਬਿਧਾ ਪੈ ਰਹੀ ਸੀ। ਇੱਧਰ ਕੌਤਕ ਵਰਤਿਆ ਮੱਖਣ ਸਾਹ ਲਵਾਣੇ ਵਾਲਾ, ਸੂਰਤ ਦੀ ਬੰਦਰਗਾਹ ਤੇ ਗਾਰ ਦੇ ਵਿੱਚ ਰੇਤ ਦੇ ਵਿੱਚ ਇਸ ਦਾ ਜਹਾਜ਼ ਅੜਿਆ। ਸਾਰਿਆਂ ਨੇ ਮਲਾਹਾਂ ਨੇ ਆਪਣੇ ਆਪਣੇ ਇਸ਼ਟ ਨੂੰ ਆਰਾਧਿਆ, ਪਰ ਕੋਈ ਬੌੜੀ ਨਾ ਹੋਈ। ਅਖੀਰ ਮੱਖਣ ਸਾਹ ਨੇ ਗੁਰਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੀ ਗੱਦੀ ਦਾ ਧਿਆਨ ਧਰ ਕੇ ਅਰਦਾਸ ਕੀਤੀ, ਦਸਵੰਧ ਭੇਟਾ ਸੁਖੀ 500 ਮੋਹਰ, ਕਿ ਸਤਿਗੁਰੂ ਮੇਰਾ ਜਹਾਜ਼ ਬੇੜਾ ਬੰਨੇ ਲਾਓ, ਮੈਂ 500 ਮੋਹਰ ਤੁਹਾਡੇ ਅੱਗੇ ਭੇਟ ਕਰਾਂਗਾ। ਜਹਾਜ਼ ਬੰਨੇ ਲੱਗਿਆ। ਮੱਖਣ ਸਾਹ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਰਿਵਾਰ ਸਮੇਤ ਆਇਆ, ਪਰ ਅੱਗੇ ਆ ਕੇ ਦੇਖਿਆ ਕਿ ਇੱਥੇ ਤਾਂ ਇੱਕ ਗੁਰੂ ਨਹੀਂ 22 ਗੁਰੂ ਬੈਠੇ ਆ। ਧੀਰਮਲ ਦੇ ਮਸੰਦ ਲੈ ਕੇ ਆਏ ਆ। ਮਨ ਵਿੱਚ ਪਰਖ ਕਰਨ ਲਈ ਮੱਖਣ ਸਾਹ ਨੇ ਸੋਚ ਲਿਆ ਵੀ ਜਿਹੜਾ ਪੂਰਾ ਗੁਰੂ ਹੋਵੇਗਾ ਉਹ ਆਪਣੀ ਭੇਟਾ ਆਪ ਮੰਗ ਕੇ ਲੈ ਲਵੇਗਾ। ਮੱਖਣ ਸਾਹ ਨੇ ਧੀਰਮਲ ਅੱਗੇ 2 ਮੋਹਰਾਂ ਰੱਖ ਕੇ ਮੱਥਾ ਟੇਕਿਆ ਤੇ ਕਿਹਾ ਵੀ ਸਤਿਗੁਰੂ ਜੀ ਤੁਸੀਂ ਅੰਤਰਜਾਮੀ ਹੋ, ਆਪਣੀ ਭੇਟਾ ਆਪ ਕਹਿ ਕੇ ਲੈ ਲਓ। ਹੁਣ ਧੀਰਮਲ ਕਿਹੜਾ ਅੰਤਰਜਾਮੀ ਸੀ, ਲੱਗਿਆ ਬਾਰ ਥੋਕ ਵਿੱਚ ਦੇਣ, ਬੜੇ ਬਾਰ ਦਿੱਤੇ, ਪਰ ਅੰਦਰੋਂ ਖਾਲੀ ਸੀ। ਮੱਖਣ ਸਾਹ ਬੜਾ ਪਰੇਸ਼ਾਨ ਹੋਇਆ। ਮੱਖਣ ਸਾਹ ਹੋਰ ਵੀ ਜਿਹੜੇ ਸੋਢੀ ਸਨ ਸਭ ਨੂੰ 2-2 ਮੋਹਰਾਂ ਮੱਥਾ ਟੇਕ ਕੇ ਸ਼ਾਮ ਤੱਕ ਵਿਹਲਾ ਹੋਇਆ। ਉੱਥੇ ਕੁਝ ਸਿਆਣੇ ਬੈਠੇ ਸਨ, ਉਹਨਾਂ ਨੂੰ ਪੁੱਛਿਆ ਵੀ ਇੱਥੇ ਕੋਈ ਹੋਰ ਵੀ ਹਨ? ਕਿਸੇ ਨੇ ਦੱਸਿਆ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਆ, ਉਹ ਭੋਰੇ ਵਿੱਚ ਰਹਿੰਦੇ ਆ, ਬਾਹਰ ਨਹੀਂ ਨਿਕਲਦੇ, ਸਿਮਰਨ ਕਰਦੇ ਆ, ਬੰਦਗੀ ਦੇ ਵਿੱਚ ਲੀਨ ਰਹਿੰਦੀ ਆ, ਸਵੇਰ ਸ਼ਾਮ ਬਸ ਬਾਹਰ ਨਿਕਲਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਸੁਣਿਆ, ਮੱਖਣ ਸਾਹ 2 ਮੋਹਰਾਂ ਲੈ ਕੇ ਸਤਿਗੁਰੂ ਅੱਗੇ ਗਿਆ। ਜਦੋਂ 2 ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗਿਆ, ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ। ਹੱਸਣ ਦਾ ਕਾਰਨ ਪੁੱਛਿਆ। ਮਹਾਰਾਜ ਕਹਿਣ ਲੱਗੇ ਮੱਖਣ ਸਾਹ ਸਾਨੂੰ ਮਾਇਆ ਦਾ ਕੋਈ ਲਾਲਚ ਨਹੀਂ ਹੈ, ਪਰ ਹਾਂ ਤੈਨੂੰ ਦੱਸੇ ਬਿਨਾ ਤੈਨੂੰ ਯਕੀਨ ਨਹੀਂ ਆਉਣਾ। ਤੂੰ ਜੋ ਮਨ ਵਿੱਚ ਕਿਹਾ ਹੈ, ਜੋ ਭੇਟਾ ਤਾਂ ਸੁਖੀ ਹੈ, ਅਰਦਾਸ ਕੀਤੀ ਹੈ ਦਸਵੰਧ, ਉਹ 500 ਮੋਹਰ ਹੈ, ਸਾਡੀ ਇਹ 2 ਨਹੀਂ ਹਨ। ਜਦੋਂ ਸਤਿਗੁਰੂ ਜੀ ਨੇ ਉਹ 500 ਮੋਹਰ ਮਨ ਦੀ ਬੁੱਝ ਕੇ ਕਿਹਾ ਤਾਂ 500 ਮੋਹਰ ਸਤਿਗੁਰੂ ਅੱਗੇ ਭੇਟਾ ਰੱਖ ਕੇ ਗਦ-ਗਦ ਹੋ ਉੱਠਿਆ। ਸਤਿਗੁਰੂ ਜੀ ਦਾ ਬਚਨ ਸੀ ਵੀ ਸਾਨੂੰ ਪ੍ਰਗਟ ਨਾ ਕਰੀ, ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਮੁਖ ਕਾਲਾ ਹੋਵੇਗਾ। ਮੱਖਣ ਸਾਹ ਕਹਿੰਦੇ ਉਸੇ ਵੇਲੇ ਹੀ ਮਾਤਾ ਜੀ ਦੇ ਕੋਲ ਗਿਆ, ਮਾਂ ਗੂਜਰੀ ਜੀ ਦੇ ਕੋਲੋਂ ਤਵੇ ਦੀ ਕਾਲਖ ਲੈ ਕੇ ਮੁਖ ਤੇ ਲਾ ਕੇ ਛੱਤ ਤੇ ਚੜ੍ਹ ਕੇ ਆਪ ਗਲ ਦਾ ਪਰਨਾ ਹੱਥ ਵਿੱਚ ਲੈ ਕੇ ਉੱਚੀ ਅਸਮਾਨ ਵਿੱਚ ਹਿਲਾ ਕੇ ਕਹਿ ਰਿਹਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਹੇ ਗੁਰਸਿੱਖੋ ਭੁੱਲੇ ਭਟਕਿਓ, ਅੱਜ ਗੁਰੂ ਪੂਰਾ ਮਿਲ ਗਿਆ। ਗੁਰੂ ਨਾਨਕ ਦਾ ਨਾਮਾ ਸਰੂਪ ਜਿਨ੍ਹਾਂ ਨੂੰ ਗੁਰੂ ਹਰਕ੍ਰਿਸ਼ਨ ਜੀ ਨੇ ਗੁਰਤਾ ਗੱਦੀ ਦਿੱਤੀ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲ ਗਏ ਨੇ। ਇਹਨੇ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਦੇ ਬਾਬਾ ਗੁਰਦਿੱਤਾ ਜੀ ਭਾਈ ਦਰਗਾਹੀ ਮੱਲ ਜੀ ਪੁੱਜ ਗਏ। ਉਹਨਾਂ ਨੇ ਸਤਿਗੁਰੂ ਜੀ ਦਾ ਭੇਜਿਆ ਹੋਇਆ ਨਾਰੀਅਲ 5 ਪੈਸੇ ਗੁਰਿਆਈ ਦਾ ਤਿਲਕ ਦੇ ਕੇ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ। ਅੱਜ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੋਤੀ ਜੋਤ ਪੁਰਬ ਅਤੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਸੁਭਾਏਮਾਨ ਹੋਣ ਦਾ ਦਿਹਾੜਾ ਹੈ। ਸਤਿਗੁਰੂ ਮਹਾਰਾਜ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਦੇਸ਼ ਵਿਦੇਸ਼ ਅੰਦਰ ਦੁਨੀਆ ਦੇ ਕੋਨੇ-ਕੋਨੇ ਵਿੱਚ ਹਰ ਸਿੱਖ ਸਤਿਗੁਰੂ ਜੀ ਦੇ ਇਹ ਦਿਹਾੜਿਆਂ ਨੂੰ ਮਨਾ ਰਿਹਾ ਹੈ। ਸਤਿਗੁਰੂ ਸਭ ਦੀ ਭਾਵਨਾ ਲੇਖੇ ਲਾਉਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਓ ਜੋ ਸ਼ਬਦ ਦੀ ਵਿਚਾਰ ਹੈ
ਪਾਵਨ ਫਰਮਾਨ ਦੀ ਵਿਚਾਰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾ ਕੀ ਕਬੀਰ ਜੀ। ਤਲੰਗ ਰਾਗ ਅੰਦਰ ਭਗਤਾਂ ਬਾਣੀ ਪ੍ਰਾਰੰਭ ਹੋ ਰਹੀ ਹੈ। ਪਹਿਲਾ ਸ਼ਬਦ ਭਗਤ ਕਬੀਰ ਜੀ ਦਾ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਵਿੱਚ ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਵਸਤੂ ਨਿਰਦੇਸ਼ ਮੰਗਲ ਅੰਕਿਤ ਕੀਤਾ ਹੈ। ਇੱਕ ਅਦਵੈਤ ਸਰੂਪ ਓੰਕਾਰ ਸਰਬ ਦਾ ਪ੍ਰਕਾਸ਼ਕ, ਸਤ ਤ੍ਰਈ ਕਾਲਵਾਦ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਭਾਵ ਇੱਕ ਦੀ ਪ੍ਰਾਪਤੀ ਸਤਿਗੁਰੂ ਕਿਰਪਾ ਨਾਲ ਹੁੰਦੀ ਹੈ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਭਗਤ ਕਬੀਰ ਜੀ ਕਹਿਣ ਲੱਗੇ, ਭਾਈ ਵੇਦ ਜਿਹੜੇ 4 ਵੇਦ ਨੇ, ਰਿਗਵੇਦ, ਯਜੁਰਵੇਦ, ਸਾਮਵੇਦ ਤੇ ਅਥਰਵਵੇਦ, ਕਤੇਬ ਮੁਸਲਮਾਨੀ ਮਤ ਦੀਆਂ 4 ਕਤੇਬਾਂ ਨੇ, ਤੌਰੇਤ, ਅੰਜੀਰ, ਜੰਬੂਰ ਤੇ ਕੁਰਾਨ। ਇਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੜ੍ਹਨ ਦੇ ਨਾਲ ਦਿਲ ਕਾ ਫਿਕਰ ਨਾ ਜਾਏ। ਪ੍ਰਭੂ ਪ੍ਰਾਪਤੀ ਦਾ ਜਿਹੜਾ ਫਿਕਰ ਹੈ, ਜੀਵਨ ਦੇ ਵਿੱਚ ਰਹਿੰਦਿਆਂ ਪ੍ਰਭੂ ਪ੍ਰਾਪਤੀ ਹੋਣੀ, ਇਹਦੇ ਨਾਲ ਫਿਕਰ ਨਹੀਂ ਜਾਂਦਾ। ਕਿਉਂਕਿ ਵੇਦਾਂ ਦੇ ਵਿੱਚ 1 ਲੱਖ ਸ਼ਲੋਕ ਸ਼ਰੁਤੀ ਹੈ, 80,000 ਕਰਮ ਕਾਂਡ ਦਾ ਕਥਨ ਕਰਦੇ ਆ, 16,000 ਉਪਾਸਨਾ ਦਾ ਕਥਨ ਕਰਦੇ ਆ, ਤੇ 4,000 ਜਿਹੜਾ ਹੈ ਉਹ ਨਾਮ ਦਾ ਕਥਨ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਸੇ ਤਰ੍ਹਾਂ ਜਿਹੜੇ ਇਹ ਤੌਰੇਤ, ਅੰਜੀਰ, ਜੰਬੂਰ ਤੇ ਕੁਰਾਨ, ਇਹ ਜਿਹੜੀਆਂ 4 ਕਤੇਬਾਂ ਨੇ, ਇਫਤਰਾ ਦਾ ਅਰਥ ਡਾਕਟਰ ਭਾਈ ਵੀਰ ਸਿੰਘ ਜੀ ਨੇ ਮੁਫਾਲਗਾ ਤੇ ਬਨਾਵਟ ਕੀਤਾ ਹੈ। ਭਾਵ ਵੀ ਬਨਾਵਟੀ ਗੱਲਾਂ ਕਰਦੇ ਆ, ਕਰਮ ਕਾਂਡ ਦੀਆਂ ਗੱਲਾਂ ਕਰਦੇ ਆ। ਜਿਵੇਂ ਹੁਣ ਕੁਰਾਨ ਦੇ 3 ਸਿਪਾਰੇ ਦੇ ਵਿੱਚ ਜ਼ਿਕਰ ਆਇਆ ਹੈ ਕਿ ਜਿਹੜਾ ਮਨੁੱਖ ਇੱਥੇ ਬਲੀ ਦੇਵੇਗਾ ਉਹਨੂੰ 72 ਹੂਰਾਂ ਮਿਲਣਗੀਆਂ। ਬੜਾ ਲੰਮਾ ਵਿਸਥਾਰ ਦਾ ਸਮਾਂ, ਸੀਮਤ ਸਮਾਂ ਤਕਰੀਬਨ ਪੂਰਾ ਹੋ ਚੱਲਿਆ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਇਹ ਝੂਠੀਆਂ ਲੋਭ ਲਾਲਚ ਦੀਆਂ ਜਿਹੜੀਆਂ ਬਨਾਵਟੀ ਗੱਲਾਂ ਨੇ, ਇਹਨਾਂ ਨਾਲ ਪ੍ਰਭੂ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਇਹਨਾਂ ਨਾਲ ਜਿਹੜਾ ਸੰਸਾ ਪ੍ਰਾਪਤੀ ਦਾ ਉਹ ਪੂਰਾ ਨਹੀਂ ਹੁੰਦਾ। ਤੁਗ ਦਮ ਕਰਾਰੀ ਜੋ ਕਰੋ, ਹਾਜ਼ਰ ਹਾਜੂਰ ਖੁਦਾਏ। ਸ਼ਰਨ ਵਿੱਚ ਆਏ ਹੋਏ ਮੁਲਾਣੇ ਨੂੰ ਅਤੇ ਪੰਡਤ ਨੂੰ ਭਗਤ ਕਬੀਰ ਜੀ ਕਹਿਣ ਲੱਗੇ, ਟੁੱਕ ਦਮ ਕਰਾਰੀ ਜਾਓ ਕਰੋ। ਦਮ ਸਾਹ ਨੂੰ ਟੁੱਕ ਰੋਕ ਕੇ ਕਰਾਰੀ ਜਾਓ ਕਰੋ। ਭਗਤ ਜੀ ਕਹਿੰਦੇ ਜਦੋਂ ਟਿਕਾਓਗੇ ਸੁਰਤ ਨੂੰ ਤਾਂ ਹਾਜ਼ਰ ਹਜੂਰ ਖੁਦਾਏ, ਉਹ ਖੁਦਾ ਪਰਮੇਸ਼ਰ ਸਾਖਿਆਤ ਹੋ ਜਾਂਦਾ ਹੈ। ਜਦੋਂ ਕੋਈ ਸੁਰਤ ਨੂੰ ਰੋਕਦਾ ਮਨ ਟਿਕ ਜਾਂਦਾ ਹੈ, ਮਨ ਦੀਆਂ ਬਾਸ਼ਨਾਵਾਂ, ਮਨ ਦੇ ਫੁਰਨੇ ਟਿਕ ਜਾਂਦੇ ਆ, ਸ਼ਾਂਤ ਹੋ ਜਾਂਦੇ ਆ। ਉਹ ਸ਼ਾਂਤ ਵਿਰਤੀ ਭਗਤ ਜੀ ਆਪਣੀ ਅਵਸਥਾ ਕਹਿੰਦੇ, ਭਾਈ ਉਦੋਂ ਪਰਮੇਸ਼ਰ ਪ੍ਰਗਟ ਪ੍ਰਤੱਖ ਹੋ ਜਾਂਦਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਤੂੰ ਪਰਮੇਸ਼ਰ ਨੂੰ, ਖੁਦਾ ਨੂੰ ਬਾਹਰ ਭਾਲਦਾ ਹੈ, ਕਰਮ ਕਾਂਡਾਂ ਵਿੱਚ ਭਾਲਦਾ ਹੈ, ਕੋਈ ਦਰਖਤਾਂ ਵਿੱਚ, ਕੋਈ ਜਾਨਵਰਾਂ ਦੇ ਵਿੱਚ ਭਾਲਦਾ, ਕੋਈ ਕਬਰਾਂ 'ਚ ਭਾਲਦਾ ਹੈ। ਭਗਤ ਜੀ ਕਹਿੰਦੇ, ਭਾਈ ਦਿਲ ਮੈਂ ਖੋਜ, ਦਿਲ ਖੋਜੋ। ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਮੁਕਾਮ ਹੈ, ਘਰ ਹੈ, ਉਹ ਤੇਰੇ ਦਿਲ ਵਿੱਚ ਹੈ, ਤੇਰੇ ਹਿਰਦੇ ਵਿੱਚ ਹੈ। ਉਹਨੂੰ ਦਿਲ ਵਿੱਚ ਖੋਜ। ਨਾ ਫਿਰ ਪਰੇਸ਼ਾਨੀ ਮਾਹੇ, ਜਿੰਨਾ ਚਿਰ ਵੇਦਾਂ ਕਤੇਬਾਂ ਦੇ ਆਖੇ ਲਾ ਕੇ ਕਰਮ ਕਾਂਡ ਦੇ ਕਰਮ ਕਰੇਗਾ, ਤੈਨੂੰ ਫਿਕਰ ਬਣਿਆ ਰਹਿਣਾ। ਪਰੇਸ਼ਾਨ ਹੁੰਦਾ ਫਿਰੇਗਾ ਸਾਰੀ ਉਮਰ, ਪੱਥਰਾਂ ਨੂੰ ਪੂਜਦਾ, ਪਰ ਪ੍ਰਾਪਤੀ ਡੱਕਾ ਨਹੀਂ ਹੋਣੀ, ਫਿਕਰ ਨਹੀਂ ਮਿਟਣਾ ਦਿਲ ਦਾ। ਭਗਤ ਜੀ ਕਹਿਣ ਲੱਗੇ, ਬੰਦੇ ਖੋਜ ਦਿਲ ਹਰ ਰੋਜ਼, ਰੋਜ਼ਾਨਾ ਸੁਰਤ ਨੂੰ ਇਕਾਗਰ ਕਰਕੇ ਉਹਦਾ ਸਿਮਰਨ ਕਰ। ਉਹਦੀ ਜੇ ਖੋਜ ਅੰਦਰੋਂ ਦਿਲੋਂ ਕਰੇਗਾ, ਫਿਰ ਪਰੇਸ਼ਾਨੀ ਮਾਹੇ, ਫਿਰ ਤੈਨੂੰ ਪਰੇਸ਼ਾਨ ਨਹੀਂ ਹੋਣਾ ਪੈਣਾ। ਇਹ ਜੋ ਦੁਨੀਆ ਸੇਹਰ ਮੇਲਾ, ਇਹ ਜਿਹੜੀ ਦੁਨੀਆ ਭਾਈ ਜਾਦੂਗਰ ਦੇ, ਜਿਵੇਂ ਜਾਦੂਗਰ ਨੇ ਤਮਾਸ਼ਾ ਪਾਇਆ ਹੁੰਦਾ ਹੈ, ਤਮਾਸ਼ੇ ਵਿੱਚ ਬੜਾ ਕੁਝ ਕਰਦਾ। ਕਿਤੇ ਕਈ ਤਰ੍ਹਾਂ ਦੀ ਕਰੰਸੀ ਬਣਾ ਕੇ ਦਿਖਾ ਦਿੰਦਾ ਹੈ, ਕਦੇ ਉਹ ਹੱਥ ਦੇ ਵਿੱਚ ਕਾਗਜ਼ ਤੋਂ ਕਬੂਤਰ ਬਣਾ ਦਿੰਦਾ ਹੈ, ਕਦੇ ਕੁਝ। ਇਵੇਂ ਹੀ ਉਹ ਪਰਮੇਸ਼ਰ ਵਾਹਿਗੁਰੂ ਦਾ ਇਹ ਸੰਸਾਰ ਸੁਪਨੇ ਦੀ ਨਿਆਈ ਹੈ, ਬੱਦਲ ਦੇ ਨਿਆਈ ਹੈ, ਧੂਏ ਦੀ ਨਿਆਈ ਹੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤਾਂ ਤਮਾਸ਼ੇ ਦੀ ਤਰ੍ਹਾਂ ਹੈ। ਦਸਤਗੀਰੀ ਨਾਹੇ। ਜਦੋਂ ਜਿਵੇਂ ਉਹ ਤਮਾਸ਼ਬੀਨ ਜਾਦੂਗਰ ਤਮਾਸ਼ੇ ਨੂੰ ਸਮੇਟਦਾ, ਮੁੜ ਕੇ ਹੱਥ ਵਿੱਚ ਆਉਣ ਵਾਲਾ ਕੋਈ ਨਹੀਂ। ਜੇ ਕੋਈ ਕਹੇ ਵੀ ਜਾਦੂਗਰ ਤਾਂ ਨੋਟ ਬਣਾ ਲੈਂਦਾ, ਫਿਰ ਤਾਂ ਉਹ ਆਪ ਹੀ ਨੋਟ ਛਾਪੀ ਜਾਵੇ। ਜਦੋਂ ਬਾਅਦ ਵਿੱਚ ਉਹ ਤਮਾਸ਼ਾ ਪੂਰਾ ਕਰਦਾ, ਉਹ ਠੂਠਾ ਲੈ ਕੇ ਫਿਰ ਲੋਕਾਂ ਤੋਂ ਮੰਗਦਾ ਹੈ। ਇਸ ਲਈ ਮਹਾਰਾਜ ਕਹਿੰਦੇ ਹੱਥ ਵਿੱਚ ਆਉਣ ਵਾਲਾ ਇਸ ਸੰਸਾਰ ਵਿੱਚ ਜੋ ਮਰਜ਼ੀ ਕਰ ਲੋ, ਕੁਝ ਵੀ ਨਹੀਂ ਹੈ। ਸੰਸਾਰ ਝੂਠਾ ਹੈ। ਰਹਾਉ। ਵਿਸਰਾਮ ਦੇ ਕਰਕੇ ਭਗਤ ਜੀ ਫਰਮਾਉਂਦੇ ਹਨ, ਰੋਗ ਪੜ ਪੜ ਖੁਸ਼ੀ ਹੋਏ। ਇਹ ਜਿਹੜੀਆਂ ਝੂਠੀਆਂ ਬਣਾਵਟੀ ਗੱਲਾਂ ਇਹਨਾਂ ਕਿਤਾਬਾਂ ਵਿੱਚ, ਵੇਦਾਂ ਵਿੱਚ ਲਿਖੀਆਂ ਨੇ, ਕਰਮ ਕਾਂਡ ਦੀਆਂ ਗੱਲਾਂ ਨੇ, ਦਿਲ ਨੂੰ ਧਰਵਾਸ ਦੇਣ ਵਾਲੀਆਂ, ਇਹਨੂੰ ਪੜ ਪੜ ਕੇ ਜਿਹੜੇ ਝੂਠੇ ਲੋਕ ਨੇ ਉਹ ਖੁਸ਼ ਹੋ ਰਹੇ ਆ ਵੀ ਸਾਡਾ ਧਰਮ ਵੱਡਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਕੋਲ ਆਏ ਸੀ ਨਾ, ਕਹਿਣ ਲੱਗੇ ਸੀ ਮਹਾਰਾਜ ਦੱਸੋ ਵੀ ਹਿੰਦੂ ਵੱਡੇ ਆ ਕਿ ਮੁਸਲਮਾਨ ਵੱਡਾ? ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਭਾਈ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਜਿਹਦੇ ਕੋਲ ਸ਼ੁਭ ਅਮਲ ਨੇ ਉਹ ਵੱਡਾ ਹੈ, ਸ਼ੁਭ ਅਮਲਾਂ ਤੋਂ ਬਿਨਾਂ ਦੋਵੇਂ ਰੋ ਰਹੇ ਆ, ਖਾਲੀ ਨੇ। ਇਸੇ ਤਰ੍ਹਾਂ ਭਗਤ ਜੀ ਦਾ ਉਪਦੇਸ਼ ਹੈ। ਭਗਤ ਜੀ ਕਹਿੰਦੇ ਜਿਹੜੇ ਝੂਠੇ ਲੋਕ ਇਹ ਗੱਲਾਂ ਪੜ ਪੜ ਕੇ ਖੁਸ਼ ਹੋ ਰਹੇ ਆ, ਬੇਖਬਰ ਬਾਦ ਬਕਾਹੇ। ਉਹ ਝੂਠੀਆਂ ਗੱਲਾਂ ਕਹਿੰਦੇ ਆ। ਜਿਵੇਂ ਆ ਪਿਛਲੇ ਦਿਨਾਂ ਦੇ ਵਿੱਚ ਇੰਟਰਨੈਟ ਤੇ ਇੱਕ ਮਲਾਣੇ ਦੀ, ਪਾਕਿਸਤਾਨ ਦੇ ਦੀ ਇੱਕ ਵੀਡੀਓ ਵਾਇਰਲ ਹੋਈ। ਉਹ ਕਹਿੰਦਾ ਮੇਰੇ ਨਾਲ ਸਿੱਖ ਰਹਿੰਦੇ ਸੀ, ਕਹਿੰਦਾ ਉਹ ਦਸਤਾਰਧਾਰੀ, ਕੇਸਾਂ ਧਾਰੀ ਸੀ, ਕਹਿੰਦਾ ਉਹਨਾਂ 'ਚੋਂ ਬੜੀ ਬਦਬੂ ਆਉਂਦੀ ਸੀ ਤੇ ਉਹਦੇ ਬੜੀ ਸ਼ੇਰੋ ਸ਼ਾਇਰੀ, ਬੜੀਆਂ ਕਹਾਣੀਆਂ ਜਾਂ ਸਾਡੇ ਸਿੱਖ ਵੀ WhatsApp ਤੇ ਵਾਇਰਲ ਕਰਦੇ ਆ, ਉਹਨੂੰ ਬੜਾ ਚੰਗਾ ਸਮਝਦੇ ਸੀ। ਪਰ ਅਸਲੀਅਤ ਉਹਦੀ ਹੁਣ ਸਾਹਮਣੇ ਪ੍ਰਗਟ ਹੋਈ। ਉਹ ਸਿੱਖਾਂ ਦੇ ਬਾਰੇ ਕੀ ਸੋਚ ਰੱਖਦਾ ਹੈ। ਕਹਿੰਦਾ ਪਤਾ ਨਹੀਂ ਕਿ ਕੌਣ ਗੁਰੂ ਨਾਨਕ ਹੋਇਆ। ਗੁਰੂ ਨਾਨਕ ਬਾਰੇ ਬੋਲ ਰਿਹਾ ਉਹ, ਕਹਿੰਦਾ ਪਤਾ ਨਹੀਂ ਕੌਣ ਗੁਰੂ ਨਾਨਕ ਹੋਇਆ ਜਿਹਦੇ ਮਗਰ ਲੱਗ ਕੇ ਭੁੱਲੇ ਸਿੱਖ ਕਹਿੰਦਾ ਕੇਸ ਰੱਖਦੇ ਆ, ਨਾ ਕੱਛਾਂ 'ਚੋਂ ਕੇਸ ਕਟਾਉਂਦੇ ਆ, ਕਹਿੰਦਾ ਨਾ ਸਿਰ ਦੇ ਕਟਾਉਂਦੇ ਆ, ਪਸੀਨੇ ਨਾਲ ਕਹਿੰਦਾ ਇਹਨਾਂ 'ਚੋਂ ਬਦਬੂ ਆਉਂਦੀ ਆ। ਦੱਸੋ ਹੁਣ ਆਪਾਂ ਇੱਥੇ 100 ਦੀ ਗਿਣਤੀ 'ਚ ਬੈਠੇ ਆ, ਕਿਹਦੇ ਵਿੱਚ ਬਦਬੂ ਆਉਂਦੀ ਹੈ? ਇਹ ਕੇਸ ਗੁਰੂ ਦੀ ਮੋਹਰ ਨੇ। ਕੱਲ੍ਹ ਹੀ ਖਾਲਸਾ ਸਾਜਨਾ ਦਿਵਸ ਲੰਘਿਆ, ਗੁਰੂ ਨੇ ਆਪਣੇ ਕੇਸ ਸਭ ਤੋਂ ਪਿਆਰੇ ਕਹਿ ਕੇ ਪੀਰ ਬੁੱਧੂ ਸਾਹਿਬ ਨੂੰ ਦਿੱਤੇ ਆ, ਜਿਹੜੇ ਅੱਜ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਸੁਸ਼ੋਭਿਤ ਨੇ। ਕਿਹੜਾ ਪੀਰ ਹੋਇਆ, ਕਿਹੜਾ ਫਕੀਰ ਹੋਇਆ, ਕਿਹੜਾ ਗੁਰਸੰਗਾ ਜੇ ਇੱਥੇ ਦੇਵਤਾ ਦੇਵੀ ਹੋਏ ਨੇ, ਕਿਤਨੇ ਵੀ ਅਵਤਾਰ ਹੋਏ, ਜਿਤਨੇ ਵੀ ਪੀਰ ਹੋਏ, ਉਹ ਸਭ ਦੇ ਸਭ ਕੇਸਾਂ ਧਾਰੀ ਹੋਏ ਨੇ। ਇਹ ਤਾਂ ਬਾਅਦ ਵਿੱਚ ਸਭ ਕੁਝ ਚੱਲਿਆ। ਦਸਮ ਗ੍ਰੰਥ ਸਾਹਿਬ ਦੇ ਵਿੱਚ ਇਹ ਦੱਸਿਆ ਗਿਆ ਵੀ ਕਿੱਥੋਂ ਇਹ ਕੇਸ ਕੱਟਣ ਦੀ ਰਵਾਇਤ ਸ਼ੁਰੂ ਹੋਈ ਹੈ, ਕੁਰੀਤੀ ਸ਼ੁਰੂ ਹੋਈ ਹੈ। ਪਹਿਲਾਂ ਤਾਂ ਸਭ ਕੇਸਾਂ ਧਾਰੀ ਸੀ। ਸਮਾਂ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਜਿਹੜੇ ਬੇਖਬਰ ਲੋਕ ਨੇ, ਖੁਦਾ ਤੋਂ ਹੀਣੇ ਨੇ, ਮੂਰਖ ਨੇ, ਉਹ ਝੂਠੀਆਂ ਗੱਲਾਂ ਬਾਦ ਬਕਾਹੇ, ਬਾਦ ਵਿਵਾਦ ਦੀਆਂ ਗੱਲਾਂ ਬਕਦੇ ਆ, ਭਕਾਈਆਂ ਮਾਰਦੇ ਨੇ, ਝੂਠ ਬੋਲਦੇ ਆ। ਹੱਕ ਸੱਚ ਖਾਲਕ ਖਲਕ ਮਿਆਨੇ। ਉਹ ਖਾਲਕ ਦਾ ਮਾਲਕ, ਜਿਹੜਾ ਖਲਕਤ ਦਾ ਮਾਲਕ ਖਾਲਕ ਪਰਮੇਸ਼ਰ ਹੈ, ਰੱਬ ਹੈ, ਉਹ ਮਾਰੇ ਕਹਿੰਦੇ ਹੱਕ ਸੱਚ। ਇੱਥੇ ਵੀ ਸੱਚ ਆ ਤੇ ਉੱਥੇ ਵੀ ਸੱਚ ਹੈ। ਮਿਆਨੇ ਉਹ ਆਪਣੀ ਖਲਕਤ ਦੇ ਵਿੱਚ ਹੀ ਹੈ। ਇਹ ਖਲਕਤ ਵਸਾ ਕੇ ਇਹ ਤੋਂ ਬਾਹਰ ਨਹੀਂ ਹੈ। ਜਿਵੇਂ ਮੂਰਤੀਕਾਰ ਮੂਰਤੀ ਬਣਾ ਕੇ ਉਹ ਤੋਂ ਵੱਖਰਾ ਹੁੰਦਾ ਹੈ, ਪਰ ਪਰਮੇਸ਼ਰ ਨੇ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਇਹ ਸ੍ਰਿਸ਼ਟੀ ਸਾਜ ਕੇ ਤੋਂ ਵੱਖਰਾ ਨਹੀਂ, ਇਹਦੇ ਵਿੱਚ ਹੀ ਵਸਿਆ। ਸ਼ਿਆਮ ਮੂਰਤ ਨਾਹੀ। ਹਾਂ, ਉਹ ਕੋਈ ਕਾਲੇ ਰੰਗ ਦਾ ਨਹੀਂ ਹੈ, ਉਹਦਾ ਕੋਈ ਰੰਗ ਵੀ ਨਹੀਂ ਕਹਿ ਸਕਦਾ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਗੁਣ ਤੇ ਪ੍ਰਾਪਨ। ਮੂਰਤ ਨਾ ਹੈ, ਉਹਦੇ ਕੋਈ ਮੂਰਤੀ ਵੀ ਨਹੀਂ ਹੈ। ਅਸਮਾਨ ਮਿਆਨੇ ਲਹੰਗ ਦਰਿਆ। ਕਈ ਕਹਿੰਦੇ ਸੱਤਵੇਂ ਅਸਮਾਨ ਤੇ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਤਾਂ ਅੰਤਰਗਤ ਤੀਰਥ ਮਲਣਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਣਾ। ਉਸਲ ਕਰ ਦਨ ਬੂਦ। ਉਹ ਅੰਤਰਗਾਮੁਖੀ ਬਿਰਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਨਾਮ ਰਸ ਦੇ ਵਿੱਚ ਇਸ਼ਨਾਨ ਕਰ। ਕਰ ਫਕਰ ਦਾਇਮ ਲਾਏ ਚਸ਼ਮੇ। ਕਰ ਫੱਕਰ, ਫੱਕਰ ਦਾ ਅਰਥ ਹੈ ਫਕੀਰ। ਜਿਵੇਂ ਫਕੀਰ ਦੇ ਲਾਏ ਚਸ਼ਮੇ ਬੈਰਾਗ ਤੇ ਵਿਵੇਕ ਦੇ ਮਨ ਤੇ ਬੁੱਧ ਰੂਪੀ ਦੋ ਨੇਤਰਾਂ ਦੇ ਉੱਪਰ ਬੈਰਾਗ ਤੇ ਵਿਵੇਕ ਦੇ ਚਸ਼ਮੇ ਹੁੰਦੇ ਆ।
ਭਾਵ ਫਕੀਰ ਦੇ ਅੰਦਰ ਵੈਰਾਗ ਹੁੰਦਾ ਹੈ ਤੇ ਵਿਵੇਕ ਗਿਆਨ ਹੁੰਦਾ ਹੈ। ਐਵੇਂ ਮਹਾਰਾਜ ਕਹਿੰਦੇ ਜੇ ਤੂੰ ਖੁਦਾ ਨੂੰ ਦੇਖਣਾ ਚਾਹੁੰਦਾ ਹੈ, ਫਕਰਾ ਦੀ ਤਰ੍ਹਾਂ ਚਸ਼ਮੇ ਲਾ, ਐਨਕਾਂ ਲਾ। ਕਿਹੜੀਆਂ? ਵੈਰਾਗ ਦੀਆਂ, ਵਿਵੇਕ ਦੀਆਂ। ਇਹ ਚਸ਼ਮੇ ਲਾ। ਜਹ ਤਾਹ ਮੌਜੂਦ। ਜਿਵੇਂ ਘੱਟ ਦਿਸਦਾ ਹੋਵੇ ਤਾਂ ਬੰਦਾ ਫਿਰ ਡਾਕਟਰ ਤੋਂ ਐਨਕ ਲਵਾਉਂਦਾ ਹੈ, ਫਿਰ ਉਹਨੂੰ ਸਾਫ਼ ਦਿਸਦਾ ਐਨਕ ਦੇ ਨਾਲ। ਐਵੇਂ ਮਹਾਰਾਜ ਕਹਿੰਦੇ ਫਕਰਾਂ ਦੀ ਨਿਆਈ, ਜਿਵੇਂ ਫਕਰਾਂ ਨੂੰ ਰੱਬ ਦਿਸਦਾ ਹੈ, ਜੇ ਤੂੰ ਦੇਖਣਾ ਚਾਹਣਾ ਫਕਰਾਂ ਵਾਲੀਆਂ ਐਨਕਾਂ ਚਸ਼ਮੇ ਲਾ ਲਾ। ਉਹ ਕਿਹੜੇ ਆ? ਵੈਰਾਗ ਤੇ ਵਿਵੇਕ ਦੇ ਜਦੋਂ ਚਸ਼ਮੇ ਲਾਵੇਂਗਾ, ਜਹ ਤਹਾਂ ਮੌਜੂਦ, ਤੈਨੂੰ ਹਰ ਥਾਂ ਜਹ ਜਾ ਪੇਖੋ ਤਹ ਹਜੂਰ ਦਿਸੇਗਾ। ਅੱਲਾਹ ਪਾਕੰ ਪਾਕ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਖੁਦਾ, ਉਹ ਅੱਲਾ, ਉਹ ਰੱਬ, ਉਹ ਵਾਹਿਗੁਰੂ ਪਾਕੰ ਪਾਕ ਹੈ, ਪਵਿੱਤਰ ਤੋਂ ਵੀ ਪਵਿੱਤਰ ਹੈ, ਬਖਸ਼ਿੰਦ ਹੈ। ਸਕ ਕਰੋ ਜੇ ਦੂਸਰ ਹੋਏ। ਸ਼ੱਕ ਤਾਂ ਕਰੀਏ ਮਹਾਰਾਜ ਕਹਿੰਦੇ ਜੇ ਕੋਈ ਦੂਸਰਾ ਕੋਈ ਹੋਵੇ, ਵੀ ਹਿੰਦੂ ਦਾ ਰੱਬ ਵੱਖਰਾ ਹੈ, ਮੁਸਲਮਾਨ ਦਾ ਖੁਦਾ ਵੱਖਰਾ ਹੈ, ਉਹ ਤਾਂ ਭੁਲੇਖੇ ਨੇ, ਭਰਮ ਹੈ। ਉਹ ਤਾਂ ਸਭ ਖੁਦਾ ਵੀ ਉਹੀ ਹੈ ਤੇ ਰੱਬ ਵੀ ਉਹੀ ਹੈ, ਅੱਲਾ ਵੀ ਉਹੀ ਹੈ, ਰਾਮ ਵੀ ਉਹੀ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਉਹ ਰੱਬ ਇੱਕੋ ਹੀ ਹੈ। ਕਬੀਰ ਕਰਮ ਕਰੀਮ ਕਾ। ਮਾਰੇ ਕਹਿੰਦੇ ਸਾਡੇ ਤੇ ਤਾਂ ਭਾਈ ਉਹ ਕਰੀਮ ਬਖਸ਼ਿੰਦ ਵਾਹਿਗੁਰੂ ਦਾ ਕਰਮ ਹੈ, ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ। ਉਹ ਕਰ ਜਾਣੈ ਸੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਜੋ ਕਰਦਾ ਉਹੀ ਜਾਣਦਾ ਹੈ। ਉਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਉਹੀ ਸ੍ਰਿਸ਼ਟੀ ਨੂੰ ਪਾਲਦਾ ਹੈ ਰਿਜ਼ਕ ਦੇ ਕਰਕੇ, ਉਹੀ ਸ੍ਰਿਸ਼ਟੀ ਦੀ ਫਿਰ ਲੈਤਾ ਵੀ ਕਰਦਾ ਹੈ। ਭਾਵ ਉਹ ਖੁਦਾ ਇੱਕ ਹੈ, ਉਹ ਖੁਦਾ ਦੇ ਵਿੱਚ ਕੋਈ ਵੰਡੀਆਂ ਨਹੀਂ ਪਾ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਵੰਡੀਆਂ ਪਾਉਣ ਵਾਲੇ ਨੇ ਉਹ ਬਾਦ ਬਕਾਹੇ, ਉਹ ਬਕਵਾਸਾਂ ਕਰਦੇ ਆ, ਝੂਠ ਬੋਲਦੇ ਆ। ਆਓ ਸਤਿਗੁਰੂ ਮਹਾਰਾਜ ਨੇ ਜੋ ਲੜੀਵਾਰ ਆਨੰਦ ਸਾਹਿਬ ਦੀ 15ਵੀਂ ਪੌੜੀ ਬਖਸ਼ਿਸ਼ ਕੀਤੀ ਹੈ, ਵਿਚਾਰ ਸਰਵਣ ਕਰੀਏ। ਜਿਉ ਤੂੰ ਚਲਾਏ ਤਿਵ ਚੱਲਹਿ ਸੁਆਮੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਆ, ਹੇ ਸੁਆਮੀ ਮਾਲਕ ਵਾਹਿਗੁਰੂ, ਜਿਵੇਂ ਤੂੰ ਸਾਨੂੰ ਜੀਵਾਂ ਨੂੰ ਚਲਾਉਂਦਾ ਹੈ ਉਵੇਂ ਅਸੀਂ ਚੱਲਦੇ ਹਾਂ। ਤੇਰੇ ਹੁਕਮ ਦੇ ਵਿੱਚ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਵਾਹਿਗੁਰੂ ਸਾਡੇ ਰਿਜ਼ਕ ਦੀ ਤਾਰ ਤੇਰੇ ਹੱਥ ਵਿੱਚ, ਐਸੇ ਕਰਕੇ ਤੈਨੂੰ ਕਰਤਾਰ ਕਹਿੰਦੇ ਆ। ਜਿਵੇਂ ਤੂੰ ਸਾਨੂੰ ਜੀਵਾਂ ਨੂੰ ਚਲਾਉਂਦਾ ਉਵੇਂ ਅਸੀਂ ਚੱਲਦੇ ਆਂ। ਹੋਰ ਕਿਆ ਜਾਣਾ ਗੁਣ ਤੇਰੇ। ਤੇਰੇ ਅਸੀਂ ਗੁਣਾਂ ਨੂੰ ਕੀ ਜਾਣ ਸਕਦੇ ਹਾਂ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੇਰੇ ਗੁਣਾਂ ਨੂੰ ਸਮੱਗਰ ਨਹੀਂ ਜਾਣ ਸਕਦੇ। ਜਿਵ ਤੂੰ ਚਲਾਏ ਤਿਵ ਚੱਲਹਿ, ਜਿਨਾ ਮਾਰਗ ਪਾਵਹੇ। ਇਹ ਵਾਹਿਗੁਰੂ ਜਿਨ੍ਹਾਂ ਨੂੰ ਤੂੰ ਆਪ ਮਾਰਗ ਤੇ ਆਪਣੇ ਤੇ ਪਾਉਣਾ ਚਾਹੁੰਦਾ ਹੈ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਬੜ ਭਾਗੀ ਪਾਇਆ। ਜਿਵੇਂ ਤੁਸੀਂ ਭਾਗਾਂ ਵਾਲੇ ਗੁਰੂ ਨਾਨਕ ਦੇ ਮਾਰਗ ਤੇ ਚੱਲ ਰਹੇ ਹੋ, ਲੱਖਾਂ ਲੋਕ ਐਸੇ ਜਿਹੜੇ ਮਾਰਗ ਤੋਂ ਭਟਕੇ ਹੋਏ ਨੇ, ਭੁੱਲੇ ਹੋਏ ਨੇ। ਐਸੇ ਅੱਜ ਵੀ ਲੋਕ ਨੇ ਭੁੱਲੇ ਭਟਕੇ ਗੁਰੂ ਨਾਨਕ ਦੇ ਰਾਹ ਤੇ ਆ ਕੇ ਮੁੜ ਕੇ ਕੋਈ ਸਕੂਲਾਂ ਦੀਆਂ ਫੀਸਾਂ ਪਿੱਛੇ, ਕੋਈ ਥੋੜ੍ਹੇ ਜਿਹੇ ਲਾਲਚ ਪਿੱਛੇ, ਕੋਈ ਚਾਰ ਇੱਟਾਂ ਦੇ ਲਾਲਚ ਪਿੱਛੇ ਗੁਰੂ ਨਾਨਕ ਦਾ ਧਰਮ ਛੱਡ ਕੇ ਹੋਰ ਧਰਮਾਂ ਨੂੰ ਮੰਨ ਰਹੇ ਆ। ਉੱਥੇ ਤੁਹਾਨੂੰ ਇੱਕ ਸ਼ਹੀਦ ਮਿਲੂ, ਇੱਥੇ ਪੈਰ ਪੈਰ ਤੇ ਸ਼ਹੀਦ। ਇੱਥੇ ਤਾਂ ਸਾਰਾ ਇਤਿਹਾਸ ਸ਼ਹੀਦਾਂ ਨਾਲ ਭਰਿਆ ਹੋਇਆ। ਇੱਥੇ ਅਰਦਾਸ ਕਰੋਗੇ ਉਹਦੀ ਦਰਗਾਹ 'ਚ ਸੁਣੀ ਜਾਂਦੀ ਹੈ, ਉੱਥੇ ਪ੍ਰੇਅਰਾਂ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ, ਝੂਠ ਫਰੇਬ ਵੇਚਿਆ ਜਾ ਰਿਹਾ। ਸਾਵਧਾਨ ਹੋਈਏ ਸੰਗਤ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਉਹ ਪਰਮੇਸ਼ਰ ਵਾਹਿਗੁਰੂ ਜਿਵੇਂ ਜੀਵਾਂ ਨੂੰ ਚਲਾਉਂਦਾ ਹੈ, ਜਿਨ੍ਹਾਂ ਨੂੰ ਆਪਣੇ ਮਾਰਗ ਤੇ ਪਾਉਂਦਾ ਹੈ, ਉਹ ਤੇਰੇ ਮਾਰਗ ਤੇ ਚੱਲਦੇ ਆ। ਕਰ ਕਿਰਪਾ ਜਿਨ ਨਾਮ ਲਾਏ। ਜਿਨ੍ਹਾਂ ਤੇ ਕਿਰਪਾ ਕਰਕੇ ਹੈ ਵਾਹਿਗੁਰੂ ਤੂੰ ਆਪਣੇ ਨਾਮ ਵਿੱਚ ਲਾ ਲੈਣਾ ਸੇ ਹੈ, ਹਰ ਹਰ ਸਦਾ ਤੇ ਆਵਹੀ। ਉਹੀ ਵਾਹਿਗੁਰੂ ਵਾਹਿਗੁਰੂ ਧਿਆਉਂਦੇ ਆ ਜਿਨ੍ਹਾਂ ਤੇ ਉਹ ਕਿਰਪਾ ਕਰਦਾ। ਕਰ ਕਿਰਪਾ ਜੇ ਨਾਮ ਲਾਏ, ਜਿਨ੍ਹਾਂ ਤੇ ਕਿਰਪਾ ਕਰਕੇ ਤੂੰ ਨਾਮ ਵਿੱਚ ਜਿਨ੍ਹਾਂ ਨੂੰ ਲਾ ਲਿਆ। ਜਿਸ ਨੂੰ ਕਥਾ ਸੁਣਾਏ ਆਪਣੀ। ਏ ਵਾਹਿਗੁਰੂ ਜੀ ਨੂੰ ਤੂੰ ਆਪਣੀ ਪ੍ਰਾਪਤੀ ਦੀ ਕਥਾ, ਜਿਸ ਨੂੰ ਤੂੰ ਆਪਣੇ ਗੁਣਾਂ ਦੀ ਕਥਾ ਸੁਣਾਉਂਦਾ ਹੈ, ਗੁਰਦੁਆਰੇ ਸੁਖ ਪਾਵਹੀ। ਉਹ ਤੁਹਾਡੇ ਸੰਗਤਾਂ ਵਾਂਗੂ ਭਾਗਾਂ ਵਾਲੇ ਗੁਰੂ ਦੇ ਦੁਆਰੇ ਤੇ ਕਥਾ ਸੁਣ ਕੇ ਸੁਖ ਪਾਉਂਦੇ ਆ। ਗੁਰਦੁਆਰਾ ਸੁਖ ਪਾਵੇ। ਤਾਂ ਹੀ ਉਹ ਮਹਾਰਾਜ ਨੇ ਹੁਕਮ ਕੀਤਾ ਕਿ ਗੁਰਸਿੱਖ ਜਿਹੜਾ
ਅੰਮ੍ਰਿਤ ਵੇਲੇ ਸੰਧਿਆ ਵੇਲੇ ਦੋਵੇਂ ਭਗਤ ਸੰਗਤ ਦੀ ਹਾਜ਼ਰੀ ਭਰਦਾ ਹੈ। ਕਥਾ ਤੇ ਕੀਰਤਨ ਦੋਵਾਂ ਚੋਂ ਇੱਕ ਜਿਹੜਾ ਸੁਣਦਾ ਹੈ ਸੋ ਸਿੱਖ ਅਮਰਾਪੁਰੀ ਕੋ ਜਾਏ। ਭਾਈ ਨੰਦ ਲਾਲ ਜੀ ਕਹਿੰਦੇ ਉਹ ਨੇਚੇ ਕਰਕੇ ਸੱਚਖੰਡ ਜਾਂਦਾ ਹੈ। ਕਹੈ ਨਾਨਕ ਸੱਚੇ ਸਾਹਿਬ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਲਾ ਕਰਕੇ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਆ, ਹੇ ਸੱਚੇ ਮੇਰੇ ਮਾਲਕ, ਜਿਉ ਭਾਵੈ ਤਿਵੈ ਚਲਾਵਹੀ। ਜਿਵੇਂ ਤੈਨੂੰ ਭਾਉਂਦਾ ਹੈ ਉਵੇਂ ਸਾਨੂੰ ਜੀ ਜਨਤਾ ਨੂੰ ਤੂੰ ਸਾਰਿਆਂ ਨੂੰ ਚਲਾਉਂਦਾ ਹੈ। ਤੇਰੇ ਹੁਕਮ ਵਿੱਚ ਅਸੀਂ ਚੱਲਦੇ ਹਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਚਾਰਨ ਕੀਤੇ ਹੋਏ ਆਨੰਦ ਸਾਹਿਬ ਦੀ ਇਹ 15ਵੀਂ ਪੌੜੀ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੇ। ਸਮੁੱਚੀ ਵਿਚਾਰ ਕਰਦੇ ਹਾਂ, ਅਨੰਤ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਿੰਦਾ ਬਖਸ਼ ਲੈਣਾ ਜੀ। ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ। ਕਹੈ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।